ਤੁਹਾਨੂੰ ਸਭ ਨੂੰ ਦੇਖ ਕੇ ਅਸੀਂ ਸਭ ਖੁਸ਼ ਹਾਂ। ਆਮੀਨ। ਹਾਲੇਲੂਇਆ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਤੁਸੀਂ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਖੁਸ਼ ਹੋ। ਆਮੀਨ। ਹਾਲੇਲੂਇਆ। ਹਾਲੇਲੂਇਆ। ਬੇਸ਼ੱਕ ਅਸੀਂ ਆਪਣੇ ਕੰਮਾਂ ਤੇ ਹੁੰਦੇ ਹਾਂ, ਤਨਾਵੀ ਗੱਲਾਂ 'ਚ ਹੁੰਦੇ ਹਾਂ, ਕਈ ਜਗ੍ਹਾ ਤੇ ਹੁੰਦੇ ਹਾਂ, ਪਰ ਸਭ ਤੋਂ ਮਹਾਨ ਜਗ੍ਹਾ ਹੈ ਉਹ ਹੈ ਪਰਮੇਸ਼ਰ ਦੀ ਹਜ਼ੂਰੀ। ਆਮੀਨ। ਹਾਲੇਲੂਇਆ। ਅਸੀਂ ਜਦੋਂ ਪਰਮੇਸ਼ਰ ਦੀ ਹਜ਼ੂਰੀ 'ਚ ਆਉਂਦੇ ਹਾਂ ਤੇ ਪ੍ਰਭੂ ਸਾਨੂੰ ਬਰਕਤ ਦਿੰਦਾ ਹੈ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਤੁਹਾਨੂੰ ਅੱਜ ਵੀ ਬਰਕਤ ਦੇਵੇ। ਆਮੀਨ। ਆਓ ਜਦੋਂ ਅਸੀਂ ਖੜੇ ਹਾਂ ਬੱਚੇ ਤੋਂ ਪੜ੍ਹਦੇ ਹਾਂ ਪ੍ਰਕਾਸ਼ ਦੀ ਪੋਥੀ ਹੈ ਤੀਸਰਾ ਅਧਿਆਇ ਉਸ ਦੇ ਅਸੀਂ 14 ਲਿਖੋ ਪੜ੍ਹ ਲੱਗੇ ਹਾਂ। तीसरा अध्याय 14 लिखा है लाउदिकिया दी कलीसिया दे दूत ਨੂੰ ਇਹ ਲਿਖ ਬਈ ਜਿਹੜਾ ਆਮੀਨ ਹੈ ਆਮੀਨ ਜਿਹੜਾ ਵਫਾਦਾਰ ਅਤੇ ਸੱਚਾ ਗਵਾਹ ਹੈ ਆਮੀਨ ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟ ਦਾ ਮੁੱਢ ਹੈ ਆਮੀਨ ਉਹ ਹੈ ਆਖਦਾ ਆਮੀਨ ਹਾਲੇਲੂਇਆ ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟ ਦਾ ਮੁੱਢ ਹੈ ਆਮੀਨ ਆਓ ਮਿਹਰਬਾਨ ਸੱਚੇ ਜਿਉਂਦੇ ਖੁਦਾ ਤੇਰੀ ਬੜਾਈ ਕਰਦਾ ਪਿਤਾ ਤੇਰਾ ਧੰਨਵਾਦ तेरा शुक्र करता तेरी मेहरबानी तेरी प्रभु जी तू कृपावान है दयावान दसवान है प्रभु तो महान प्रभु तू अपने लोगों को लेके आया खुदावंदा तेरे बच्चे हैं खुदावन जिन्होंने तू प्यार करता है जिन्होंने धरती की नींह रखने तो पहला तू ठहराया खुदावन ताकि तेरे झुंड विच आन प्रभु तो महान प्रभु ये सब तेरी कृपा के नाल है प्रभु ਅਸੀਂ ਜਾਣਦੇ ਜੇ ਤੇਰੀ ਕਿਰਪਾ ਨਾ ਹੋਏ ਪ੍ਰਭੂ ਤਾਂ ਅਸੀਂ ਬਚ ਹੀ ਨਹੀਂ ਸਕਦੇ ਤੇਰੀ ਕਿਰਪਾ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹਾਂ ਤੇਰੇ ਤੋਂ ਬਗੈਰ ਅਸੀਂ ਸਾਹ ਨਹੀਂ ਲੈ ਸਕਦੇ ਹਾਂ ਪ੍ਰਭੂ पर तेरी कृपा ही है खुदावन सानू जुड़े रखती है अपने पवित्र हजूरी च लैके आई है तो महान प्रभु आज के बचन दे नाल तो अपने बचन बरकत देना तो जो कुछ तू बोलना चाहता है प्रभु तू उन्होंने बोल खुदावन ते खुदावन मेरी भी सारी फिरिश्ते दूर कर दे प्रभु ते कृपा कर खुदावन के जिसम नू लै प्रभु ते इसनू इस्तेमाल कर खुदावन दा तो दुआ करता हूं प्रभु कृपा कर दे हर एक जीव ते तेरी आशीष है होए इस जगह ते कोई भी दुखी लाचार बीमार है तेरे वचन दे नाल चंगा कृपा कर छोट प्रार्थना सुन कबूल कर दुआ प्रभु यीशु मसीह के नाम च मांगता हूं आमीन ते बड़ी आदत मांग कर सकते हालेलुया 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 आप सब तुम सारे बरकत दे सारे आशीष पे आमीन एक बार फिर जब मैं नवे चेहरे ਨੂੰ देख रहा हां मैं तुम सारे नवे साल की मुबारक दिंदा हां हालेलुया तो तुम बहुत सारी बरकत दे मैं विश्वास करता हां कि प्रभु ने सानू सारे सालों च पिछले 2021 च संभालिया हालेलुया ਜਦੋਂ ਕਿ ਹੁਣ ਅਸੀਂ 2022 ਦੇ ਵਿੱਚ ਹਾਂ ਤੇ ਪ੍ਰਭੂ ਹੀ ਸਾਨੂੰ ਲੈ ਕੇ ਆਇਆ ਹਾਲੇਲੂਇਆ ਅਸੀਂ ਦੇਖਦੇ ਹਾਂ ਕਿ ਅਸੀਂ ਜੇ ਬਚੇ ਹਾਂ ਤਾਂ ਉਹਦੀ ਕਿਰਪਾ ਦੇ ਨਾਲ ਹੀ ਬਚੇ ਹਾਲੇਲੂਇਆ ਜਿਵੇਂ ਅਸੀਂ ਦੇਖਦੇ ਹਾਂ 2021 ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸੀ ਪਰੇਸ਼ਾਨੀਆਂ ਸੀ ਦੁੱਖ ਸੀ ਪਰ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਹ 2022 ਚ ਪ੍ਰਵੇਸ਼ ਕੀਤੇ ਹਾਂ ਤੇ ਬੇਸ਼ੱਕ ਸੰਸਾਰ ਦੇ ਉੱਤੇ ਬਹੁਤ ਸਾਰੀਆਂ ਵਿਪਤਾਵਾਂ ਹਨ ਬਹੁਤ ਸਾਰੀਆਂ ਮੁਸ਼ਕਲਾਂ ਹਨ ਹਾਲੇਲੂਇਆ ਪਰ ਮੈਂ ਵਿਸ਼ਵਾਸ ਕਰਦਾ ਕਿ 2022 ਜਿਹੜਾ ਹੈ ਉਹਦੇ ਬੱਚਿਆਂ ਦੇ ਵਾਸਤੇ ਬਿਹਤਰੀ ਵਾਸਤੇ ਆਮੀਨ ਹਾਲੇਲੂਇਆ ਤਾਂ ਬਹੁਤ ਸਾਰੀ ਬਰਕਤ ਦੇ ਆਨੰਦ ਹੋ ਆਮੀਨ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਚ ਆਉਂਦੇ ਹਾਂ ਤੇ ਸਾਨੂੰ ਖੁਸ਼ੀ ਮਿਲਦੀ ਹੈ ਆਮੀਨ ਹਾਲੇਲੂਇਆ ਤੇ ਅੱਜ ਅਸੀਂ ਜਿਹੜਾ ਟੌਪਿਕ ਲੈ ਲੱਗੇ ਹਾਂ ਤੇ ਇਸ ਦਾ ਵਿਸ਼ਾ ਹੈ ਉਸ ਦੀ ਦੂਸਰੀ ਰਚਨਾ ਹਾਲੇਲੂਇਆ ਅੱਜ ਅਸੀਂ ਦੂਸਰੀ ਰਚਨਾ ਦੇ ਉੱਤੇ ਗੱਲ ਕਰਨ ਲੱਗੇ ਹਾਂ ਹਾਲੇਲੂਇਆ ਬੜੇ ਧਿਆਨ ਦੇ ਨਾਲ ਸੁਣਨਾ ਹੈ ਜਿਵੇਂ ਅਸੀਂ ਬੱਚੇ ਚ ਪੜਿਆ ਹੈ ਹਾਂਜੀ ਅੱਗੇ ਹੋ ਜਾਓ ਖੁੱਲੇ ਹੋ ਕੇ ਬੈਠ ਸਕਦੇ ਹੋ ਵਧੀਆ ਕਰਕੇ ਤਾਂ ਕਿ ਬੱਚਨ ਨੂੰ ਪੂਰੀ ਤਰ੍ਹਾਂ ਨਾਲ ਸੁਣ ਸਕੋ ਹਾਲੇਲੂਇਆ ਤਾਂ ਬੱਚਨ ਨੂੰ ਪੂਰੇ ਧਿਆਨ ਨਾਲ ਸੁਣਨਾ ਹੈ ਤੇ ਜਦੋਂ ਤੁਸੀਂ ਬੱਚਨ ਨੂੰ ਧਿਆਨ ਨਾਲ ਸੁਣੋਗੇ ਤਾਂ ਬਾਈਬਲ 'ਚ ਲਿਖਿਆ ਹੈ ਜੇ ਤੁਸੀਂ ਮੇਰੀ ਆਵਾਜ਼ ਰੀਝ ਨਾਲ ਸੁਣੋਗੇ ਤੇ ਜਿਹੜੀਆਂ ਬਿਮਾਰੀਆਂ ਮਿਸ਼ਰੀਆਂ ਉੱਤੇ ਪਈਆਂ ਤੁਹਾਡੇ ਉੱਤੇ ਨਹੀਂ ਪੈਣਗੀਆਂ ਹਾਲੇਲੂਇਆ ਮੈਂ ਵਿਸ਼ਵਾਸ ਕਰਦਾ ਹਾਂ ਕਿ ਬੱਚਨ ਹੀ ਚੰਗਾ ਕਰਦਾ ਹੈ ਹਾਲੇਲੂਇਆ ਕੋਈ ਮਨੁੱਖ ਕਿਸੇ ਨੂੰ ਚੰਗਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਚੰਗਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਪੰਥ ਨਹੀਂ ਬਣਾ ਸਕਦਾ ਮੈਂ ਤੁਹਾਡਾ ਸੁਧਾਰ ਨਹੀਂ ਕਰ ਸਕਦਾ ਪਰ ਬੱਚਨ ਹੈ ਉਹ ਸੁਧਾਰ ਕਰਦਾ ਹੈ ਹਾਲੇਲੂਇਆ हालेलुया तो वचन ही है जो सानू चंगा करता है वचन ही सानू स्थिर करता है हालेलुया तो बड़े ध्यान से सुनना है
ਜਿਵੇਂ ਅਸੀਂ ਬਚਨ ਚ ਪੜਿਆ ਹੈ, ਜਿਹੜੀ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਹੈ। ਹਾਲੇਲੂਇਆ। ਕੌਣ ਹੈ? ਉਹ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਹੈ। ਇਹਨਾਂ ਸ਼ਬਦਾਂ ਦਾ ਅਰਥ ਬਸ ਇੰਨਾ ਕੀ ਨਹੀਂ ਹੈ। ਹਾਲੇਲੂਇਆ। ਕੁਝ ਲੋਕਾਂ ਨੇ ਇਹਨਾਂ ਸ਼ਬਦਾਂ ਨੂੰ ਲੈ ਕੇ ਇਹ ਸਮਝ ਲਿਆ ਹੈ ਕਿ ਯਿਸੂ ਮਸੀਹ ਪਰਮੇਸ਼ਵਰ ਦੀ ਸਭ ਤੋਂ ਪਹਿਲੀ ਰਚਨਾ ਹੈ। ਉਹ ਕੀ ਸਮਝਦੇ ਹਨ ਕਿ ਯਿਸੂ ਮਸੀਹ ਕੀ ਹੈ? ਪਰਮੇਸ਼ਵਰ ਦੀ ਪਹਿਲੀ ਰਚਨਾ ਹੈ। ਤੇ ਅਸੀਂ ਵੇਖਦੇ ਹਾਂ ਕਿ ਉਹ ਉਸ ਨੂੰ ਪਰਮੇਸ਼ਵਰ ਤਾਈ ਦੇ ਦੂਸਰੇ ਦਰਜੇ ਉੱਤੇ ਰੱਖਦੇ ਹਨ। ਹਾਲੇਲੂਇਆ। ਉਹ ਕੀ ਕਰਦੇ ਹਨ? ਪਰਮੇਸ਼ਵਰ ਔਰ ਯਿਸੂ ਮਸੀਹ ਨੂੰ ਕਿਹੜੇ ਸਥਾਨ ਤੇ ਰੱਖਦੇ ਨੇ? ਦੂਸਰੇ ਸਥਾਨ ਤੇ। ਹਾਲੇਲੂਇਆ। ਉਹ ਕਹਿੰਦੇ ਤੇ ਹਨ ਕਿ ਉਹ ਪਰਮੇਸ਼ਵਰ ਹੈ, ਪਰ ਹੈ ਕਿਹੜਾ ਹੈ? ਦੂਸਰਾ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਉਹ ਕਹਿੰਦੇ ਹਨ ਕਿ ਇਸ ਪਹਿਲੀ ਰਚਨਾ ਨੇ ਬਾਕੀ ਸਾਰੀ ਰਚਨਾ ਕੀਤੀ। ਹਾਲੇਲੂਇਆ। ਔਰ ਜੋ ਕੁਝ ਵੀ ਉਸ ਵਿੱਚ ਹੈ ਉਹ ਸਭ ਦੀ ਉਸਨੇ ਰਚਨਾ ਕੀਤੀ। ਪਰੰਤੂ ਇਹ ਵਿਚਾਰ ਜਿਹੜਾ ਹੈ ਠੀਕ ਨਹੀਂ ਹੈ। ਹਾਲੇਲੂਇਆ। ਇਹ ਬਾਈਬਲ ਦੇ ਬਾਕੀ ਵਚਨਾਂ ਦੇ ਨਾਲ ਮੇਲ ਖਾਂਦਾ ਨਹੀਂ ਹੈ। ਹਾਲੇਲੂਇਆ। ਵਚਨ ਇਸ ਤਰ੍ਹਾਂ ਕਹਿੰਦਾ ਹੈ, ਉਹ ਪਰਮੇਸ਼ਵਰ ਦੀ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ ਹੈ। ਹਾਲੇਲੂਇਆ। ਵਚਨ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ ਕੌਣ ਹੈ? ਉਹੀ ਹੈ। ਹਾਲੇਲੂਇਆ। ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸਾਰੀ ਸ੍ਰਿਸ਼ਟੀ ਦਾ ਕੀ ਹੈ? ਮਾਲਕ ਹੈ। ਹਾਲੇਲੂਇਆ। ਤੇ ਅਸੀਂ ਪੱਕੀ ਤੌਰ ਤੇ ਇਹ ਜਾਣਦੇ ਹਾਂ ਕਿ ਯਿਸੂ ਮਸੀਹ ਹੀ ਪਰਮੇਸ਼ਰ ਹੈ। ਹਾਲੇਲੂਇਆ। ਜਦੋਂ ਕਿ ਸੰਦੇਸ਼ ਸਾਡੇ ਦਿਨਾਂ ਦੇ ਅੰਦਰ ਖੁੱਲੇ, ਵਚਨ ਖੁੱਲਿਆ, ਭੇਦ ਖੁੱਲੇ, ਤੇ ਜਦੋਂ ਨਬੀ ਨੇ ਪ੍ਰਚਾਰ ਕੀਤੇ ਤਾਂ ਉਹਨੇ ਸਾਹਮਣੇ ਕੁਝ ਜਦੋਂ ਹੈਡਿੰਗ ਲੈ ਕੇ ਆਇਆ, ਹਾਲੇਲੂਇਆ, ਤਾਂ ਉਹਨੇ ਉਹ ਜਦੋਂ ਤੁਸੀਂ ਬਾਈਬਲ ਕਿਤਾਬਾਂ ਦੇ ਹੈਡਿੰਗ ਵੀ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਪਤਾ ਚੱਲਦਾ ਹੈ ਕਿ ਉਹਨਾਂ ਹੈਡਿੰਗਾਂ ਦੇ ਵਿੱਚ ਵੀ ਖੁਦਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਤੇ ਅੱਜ ਅਸੀਂ ਜਦੋਂ ਕਿਤਾਬਾਂ ਨੂੰ ਜਾਣਦੇ ਹਾਂ, ਉਸ ਵਚਨ ਨੂੰ ਜਾਣਦੇ ਹਾਂ, ਤਾਂ ਅੱਜ ਸਾਨੂੰ ਸਮਝ ਲੱਗ ਗਈ ਹੈ ਕਿ ਯਿਸੂ ਮਸੀਹ ਹੀ ਕੀ ਹੈ? ਪਰਮੇਸ਼ਵਰ ਹੈ। ਹਾਲੇਲੂਇਆ। ਤਾਂ ਇਕੱਲਾ ਹੀ ਰਚਨਹਾਰਾ। ਹਾਲੇਲੂਇਆ। ਜਿਵੇਂ ਕਿ ਯਹੂਨਾ 1:3 ਵਿੱਚ ਲਿਖਿਆ ਹੈ ਕਿ ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਹਾਲੇਲੂਇਆ। ਉਹੀ ਉਤਪਤ ਜਿਸ ਦੇ ਬਾਰੇ ਉਤਪਤ 1:1 ਵਿੱਚ ਕਿਹਾ ਗਿਆ ਹੈ, ਆਦਿ ਵਿੱਚ ਪਰਮੇਸ਼ਵਰ ਨੇ ਸਵਰਗ ਅਤੇ ਧਰਤੀ ਨੂੰ ਉਹਦੀ ਰਚਨਾ ਕੀਤੀ। ਹਾਲੇਲੂਇਆ। ਯਾਨੀ ਕਿ ਰਚਣ ਵਾਲਾ ਕੌਣ ਸੀ? ਕੋਈ ਸੀ। ਹਾਲੇਲੂਇਆ। ਤੇ ਅਸੀਂ ਕੂਚ ਦੇ ਵਿੱਚ ਪੜ੍ਹਦੇ ਹਾਂ ਤਾਂ 20:11 ਵਿੱਚ ਕਹਿੰਦਾ ਹੈ, ਕਿਉਂਕਿ 6 ਦਿਨਾਂ ਵਿੱਚ ਜੋ ਹਵਾ ਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਜੋ ਕੁਝ ਉਸ ਵਿੱਚ ਹੈ ਸਭ ਬਣਾਇਆ, ਤੇ 7ਵੇਂ ਦਿਨ ਉਸਨੇ ਵਿਸ਼ਰਾਮ ਕੀਤਾ। ਉਹ ਇੱਕੋ ਹੀ ਸੀ। ਹਾਲੇਲੂਇਆ। ਉਹੀ ਰਚਨਹਾਰਾ ਹੈ। ਹਾਲੇਲੂਇਆ। ਇਹਦਾ ਮਤਲਬ ਇਹ ਨਹੀਂ ਕਿ ਦੋ ਜਾਣੇ ਹਨ ਕਿ ਜੇ ਅਸੀਂ ਯਿਸੂ ਨੂੰ ਕਹੀਏ ਕਿ ਉਹ ਦੂਸਰੇ ਦਰਜੇ ਤੇ ਹੈ, ਇਸ ਤਰ੍ਹਾਂ ਨਹੀਂ ਹੈ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਹੀ ਪਰਮੇਸ਼ਵਰ ਹੈ। ਹਾਲੇਲੂਇਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਹੀ ਸ੍ਰਿਸ਼ਟੀ ਕਰਤਾ ਹੈ। ਹਾਲੇਲੂਇਆ। ਉਹੀ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ। ਉਸਨੇ ਹੀ ਹਰ ਇੱਕ ਚੀਜ਼ ਨੂੰ ਬਣਾਇਆ ਹੈ। ਹਾਲੇਲੂਇਆ। ਹਾਲੇਲੂਇਆ। ਤਾਂ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਹੀ ਰਚਨਹਾਰਾ ਹੈ। ਉਹੀ ਪਰਮੇਸ਼ਰ ਹੈ। ਉਸਨੇ ਹੀ ਰਚਨਾ ਕੀਤੀ। ਜੇ ਕੋਈ ਹੋਰ ਇਸ ਗੱਲ ਦਾ ਮਤਲਬ ਕਰਦਾ ਹੈ ਕਿ ਯਿਸੂ ਮਸੀਹ ਪਰਮੇਸ਼ਰ ਦੀ ਸਭ ਤੋਂ ਪਹਿਲੀ ਰਚਨਾ ਹੈ, ਹਾਲੇਲੂਇਆ, ਤਾਂ ਪਹਿਲੀ ਰਚਨਾ ਨੇ ਹੀ ਬਾਕੀ ਰਚਨਾ ਕੀਤੀ ਹੈ। ਹਾਲੇਲੂਇਆ। ਇਹਦਾ ਅਰਥ ਇਹ ਹੋਵੇਗਾ ਕਿ ਪਰਮੇਸ਼ਰ ਨੇ ਇੱਕ ਹੋਰ ਪਰਮੇਸ਼ਰ ਦੀ ਰਚਨਾ ਕੀਤੀ। ਹਾਲੇਲੂਇਆ। ਇਸ ਦਾ ਮਤਲਬ ਫਿਰ ਇਹੀ ਹੈ ਕਿ ਇੱਕ ਪਰਮੇਸ਼ਰ ਦੀ ਰਚਨਾ ਦੂਸਰੇ ਪਰਮੇਸ਼ਰ ਨੇ ਕੀਤੀ। ਹਾਲੇਲੂਇਆ। ਤੇ ਫਿਰ ਸਵਾਲ ਖੜਾ ਹੋ ਜਾਏਗਾ ਕਿ ਪਰਮੇਸ਼ਰ ਨੂੰ ਰਚਣ ਵਾਲਾ ਕੌਣ ਸੀ? ਹਾਲੇਲੂਇਆ। ਤਾਂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਇਸ ਤਰ੍ਹਾਂ ਨਹੀਂ ਹੈ ਕਿ ਜਾਨੀ ਕਿ ਇੱਕੋ ਹੀ ਪਰਮੇਸ਼ਰ ਹੈ ਤਾਂ ਉਹੀ ਅੱਗੇ ਰਚਨਹਾਰਾ ਹੈ। ਹਾਲੇਲੂਇਆ। ਸਾਡਾ ਇਹ ਵਿਸ਼ਵਾਸ ਹੈ ਕਿ ਯਿਸੂ ਮਸੀਹ ਹੀ ਪਰਮੇਸ਼ਰ ਹੈ ਤੇ ਉਸਨੇ ਹੀ ਸਾਰੀ ਰਚਨਾ ਕੀਤੀ ਹੈ ਤੇ ਉਹ ਅੱਜ ਆਪਣੀ ਕਲੀਸਿਆ ਦੇ ਵਿੱਚ ਖੜਾ ਹੈ। ਹਾਲੇਲੂਇਆ। ਤਾਂ ਅਸੀਂ ਇਸ ਆਖਰੀ ਯੁੱਗ ਵਿੱਚ ਉਹ ਆਪਣੇ ਖੁਦ ਦਾ ਪ੍ਰਕਾਸ਼ ਦੇ ਰਿਹਾ ਹੈ। ਉਹ ਦੱਸ ਰਿਹਾ ਹੈ ਕਿ ਉਹ ਕੌਣ ਹੈ। ਉਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ, ਹਾਲੇਲੂਇਆ, ਕੀ ਬਿਆਨ ਕਰ ਰਿਹਾ ਹੈ? ਉਹ ਕਹਿ ਰਿਹਾ ਹੈ ਕਿ ਉਹ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਹੈ।
ਕਿਹੜੀ ਸ੍ਰਿਸ਼ਟੀ? ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਸ੍ਰਿਸ਼ਟੀ ਦਾ ਮੁੱਢ ਕਹਿ ਰਿਹਾ ਹੈ, ਪਰ ਉਹ ਸ੍ਰਿਸ਼ਟੀ ਕਿਹੜੀ ਹੈ? ਹਾਲੇਲੂਇਆ। ਇਹ ਇੱਕ ਹੋਰ ਸ੍ਰਿਸ਼ਟੀ ਹੈ ਜੋ ਕਿ ਕਲੀਸਿਆ ਨਾਲ ਸੰਬੰਧਿਤ ਹੈ। ਹਾਲੇਲੂਇਆ। ਜਦੋਂ ਸ੍ਰਿਸ਼ਟੀ ਦੀ ਗੱਲ ਕਰਦਾ ਹੈ ਤੇ ਫਿਰ ਕਿਹੜੀ ਸ੍ਰਿਸ਼ਟੀ ਹੈ? ਇਹ ਕਲੀਸਿਆ ਹੈ। ਹਾਲੇਲੂਇਆ। ਇਸ ਸ੍ਰਿਸ਼ਟੀ ਵਿੱਚ ਇਸ ਦਾ ਇੱਕ ਖਾਸ ਅਹੁਦਾ ਹੈ। ਹਾਲੇਲੂਇਆ। ਉਹ ਕਲੀਸਿਆ ਦਾ ਰਚਨਹਾਰਾ ਹੈ। ਸਵਰਗੀ ਲਾੜੇ ਨੇ ਆਪਣੀ ਲਾੜੀ ਨੂੰ ਬਣਾਇਆ ਹੈ। ਉਹੀ ਕਲੀਸਿਆ ਨੂੰ ਬਣਾਉਣ ਵਾਲਾ ਹੈ। ਹਾਲੇਲੂਇਆ। ਹਾਲੇਲੂਇਆ। ਜੇ ਅਸੀਂ ਕਹੀਏ ਕਿ ਸਾਰਾ ਜਗਤ ਉਸਨੇ ਰਚਿਆ ਹੈ ਤੇ ਇਹਦਾ ਮਤਲਬ ਸਾਰੀ ਉਹਦੀ ਸ੍ਰਿਸ਼ਟੀ ਹੋਈ, ਤੇ ਇਹਦਾ ਮਤਲਬ ਸਾਰੇ ਹੀ ਜਾਣੇ ਬਚ ਜਾਣਗੇ। ਹਾਲੇਲੂਇਆ। ਬਲਕਿ ਇਸ ਤਰ੍ਹਾਂ ਨਹੀਂ ਹੈ। ਉਹਨੇ ਜਿਹੜੀ ਸ੍ਰਿਸ਼ਟੀ ਬਣਾਈ ਹੈ ਉਹ ਕਿਹੜੀ ਸ੍ਰਿਸ਼ਟੀ ਹੈ? ਉਹਦੀ ਆਪਣੀ ਸ੍ਰਿਸ਼ਟੀ, ਉਹਦੀ ਆਪਣੀ ਰਚਨਾ। ਹਾਲੇਲੂਇਆ। ਪਰਮੇਸ਼ਵਰ ਦੇ ਆਤਮਾ ਦੇ ਰੂਪ ਵਿੱਚ ਉਹ ਧਰਤੀ ਉੱਤੇ ਉਤਰਿਆ। ਨਬੀ ਕਹਿੰਦਾ ਉਸਨੇ ਕੁਵਾਰੀ ਮਰੀਮ ਦੇ ਅੰਦਰ ਖੂਨ ਦੇ ਸੈੱਲ ਪੈਦਾ ਕੀਤੇ। ਹਾਲੇਲੂਇਆ। ਜਿਹਦੇ ਰਾਹੀਂ ਉਹਨੇ ਇੱਕ ਦੇਹ ਤਿਆਰ ਹੋਈ ਅਤੇ ਉਹ ਦੇਹਧਾਰੀ ਹੋਇਆ। ਉਸਨੇ ਜੀਵਨ ਦੇ ਸੈੱਲ ਕੁਵਾਰੀ ਮਰੀਮ ਦੇ ਗਰਭ ਵਿੱਚ ਉਤਪੰਨ ਕੀਤੇ। ਹਾਲੇਲੂਇਆ। ਤੇ ਨਬੀ ਕਹਿੰਦਾ ਹੈ ਪਵਿੱਤਰ ਆਤਮਾ ਲਈ ਇਹ ਇੰਨਾ ਕਾਫੀ ਨਹੀਂ ਸੀ ਕਿ ਉਹ ਮਨੁੱਖੀ ਸੈੱਲ ਜਿੱਦਾਂ ਕਿ ਮਰੀਮ ਵਿੱਚ ਸੀ ਉਸ ਨੂੰ ਜੀਵਨ ਪ੍ਰਦਾਨ ਕਰਦਾ। ਹਾਲੇਲੂਇਆ। ਜੇਕਰ ਅਜਿਹਾ ਹੁੰਦਾ ਤਾਂ ਉਹ ਪਾਪੀ ਮਨੁੱਖ ਜਾਣਿਆ ਜਾਣਾ ਸੀ। ਹਾਲੇਲੂਇਆ। ਇਸ ਤਰ੍ਹਾਂ ਉਹਨੇ ਇਸ ਤਰ੍ਹਾਂ ਉਤਪਤੀ ਨਹੀਂ ਕੀਤੀ। ਹਾਲੇਲੂਇਆ। ਬਲਕਿ ਪਰਮੇਸ਼ਵਰ ਨੇ ਹੀ ਮਰੀਮ ਦੇ ਅੰਦਰ ਇੱਕ ਦੇਹ ਤਿਆਰ ਕੀਤੀ। ਹਾਲੇਲੂਇਆ। ਤੁਸੀਂ ਜਾਣਦੇ ਹੋ ਮਰੀਮ ਦੇ ਅੰਦਰ ਜਿਹੜੇ ਸੈੱਲ ਸੀ ਉਹ ਕਿਹਦੇ ਸੈੱਲ ਸੀ? ਪਰਮੇਸ਼ਵਰ ਦੇ ਆਪਣੇ ਸੈੱਲ। ਉਹਨੇ ਆਪਣੇ ਸੈੱਲ ਦੇ ਨਾਲ ਇੱਕ ਦੇਹ ਤਿਆਰ ਕੀਤੀ। ਹਾਲੇਲੂਇਆ। ਇਸੇ ਲਈ ਇਬਰਾਨੀਆਂ 10:5 ਵਿੱਚ ਲਿਖਿਆ ਹੈ ਕਿ ਪਿਤਾ ਨੇ ਮੇਰੇ ਲਈ ਇੱਕ ਦੇਹ ਤਿਆਰ ਕੀਤੀ ਹੈ। ਕਿਹਨੇ ਤਿਆਰ ਕੀਤੀ? ਪਿਤਾ ਨੇ ਮੇਰੇ ਲਈ ਇੱਕ ਦੇਹ ਤਿਆਰ ਕੀਤੀ। ਪਰਮੇਸ਼ਵਰ ਨੇ ਹੀ ਇੱਕ ਦੇਹ ਤਿਆਰ ਕੀਤੀ ਸੀ। ਪਰਮੇਸ਼ਵਰ ਨੇ ਹੀ ਇੱਕ ਸਰੀਰ ਤਿਆਰ ਕੀਤਾ ਸੀ। ਹਾਲੇਲੂਇਆ। ਮਰੀਮ ਨੇ ਸਰੀਰ ਤਿਆਰ ਨਹੀਂ ਸੀ ਕੀਤਾ। ਮਰੀਮ ਤਾਂ ਇੱਕ ਮਨੁੱਖੀ ਜੰਤਰ ਸੀ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਮਰੀਮ ਤਾਂ ਉਹਦੇ ਕੰਮ ਕਰਨ ਦਾ ਇੱਕ ਜੰਤਰ ਸੀ। ਹਾਲੇਲੂਇਆ। ਜਿਸਨੇ ਉਹਨੂੰ ਪਵਿੱਤਰ ਪੂਰਨ ਪੁੱਤਰ ਨੂੰ ਧਾਰਨ ਕੀਤਾ। ਹਾਲੇਲੂਇਆ। ਤੇ ਜਨਮ ਦੀ ਸਥਿਤੀ ਤੱਕ ਉਸ ਨੂੰ ਪਹੁੰਚਾਇਆ। ਹਾਲੇਲੂਇਆ। ਤਾਂ ਅਸੀਂ ਦੇਖਦੇ ਹਾਂ ਕਿ ਉਹ ਖੁਦਾ ਸੀ, ਉਹ ਮਨੁੱਖ ਬਣ ਗਿਆ। ਹਾਲੇਲੂਇਆ। ਅਸੀਂ ਦੇਖਦੇ ਹਾਂ ਸਵਰਗ ਦੇ ਵਿੱਚ ਰਹਿਣ ਵਾਲਾ ਪਰਮੇਸ਼ਰ ਉਹ ਇੱਕ ਦਿਨ ਮਨੁੱਖ ਬਣ ਗਿਆ। ਹਾਲੇਲੂਇਆ। ਉਹ ਖੁਦਾ ਦਾ ਪੁੱਤਰ ਸੀ। ਉਹ ਇੱਕ ਨਵੀਂ ਸ੍ਰਿਸ਼ਟੀ ਵਿੱਚੋਂ ਸੀ। ਹਾਲੇਲੂਇਆ। ਖੁਦਾ ਅਤੇ ਮਨੁੱਖ ਮਿਲ ਗਏ ਸੀ। ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਦੇ ਵਿੱਚ ਖੁਦਾ ਤੇ ਮਨੁੱਖ ਇੱਕ ਹੋ ਗਏ। ਹਾਲੇਲੂਇਆ। ਉਹ ਇਸ ਨਵੀਂ ਨਸਲ ਦਾ ਪਹਿਲਾ ਫਲ ਸੀ। ਹਾਲੇਲੂਇਆ। ਤੋਂ ਇਸ ਨਵੀਂ ਨਸਲ ਦਾ ਸਿਰ ਸੀ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਸਮਝ ਲੱਗਦੀ ਹੈ? ਹਾਲੇਲੂਇਆ। ਪ੍ਰਭੂ ਤੁਹਾਨੂੰ ਆਸ਼ੀਸ਼ ਦੇ। ਕੁਲਸੀਆ 1:18 ਚ ਲਿਖਿਆ ਹੈ ਉਹੀ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਬਈ ਉਹ ਸਭਨਾ ਗੱਲਾਂ ਵਿੱਚ ਪ੍ਰਧਾਨ ਹੋਵੇ। ਹਾਲੇਲੂਇਆ। ਤਾਂ ਦੂਸਰਾ ਕਰੰਥੀਆਂ 15:5-17 ਵਿੱਚ ਲਿਖਿਆ ਹੈ ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਜੇ ਕੋਈ ਮਸੀਹ ਦੇ ਵਿੱਚ ਹੈ ਉਹ ਨਵੀਂ ਰਚਨਾ ਹੈ, ਉਹ ਨਵੀਂ ਸ੍ਰਿਸ਼ਟੀ ਹੈ। ਹਾਲੇਲੂਇਆ। ਤਾਂ ਲਿਖਿਆ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਨਵੀਆਂ ਹੋ ਗਈਆਂ। ਹਾਲੇਲੂਇਆ। ਪੁਰਾਣਾ ਜੋ ਕਿਸੇ ਸਾਰਾ ਖਤਮ ਹੋ ਗਿਆ ਤੇ ਜਿਹੜਾ ਕੋਈ ਮਸੀਹ ਦੇ ਵਿੱਚ ਆ ਗਿਆ ਤਾਂ ਉਹ ਨਵਾਂ ਹੋ ਗਿਆ। ਹਾਲੇਲੂਇਆ। ਇੱਥੋਂ ਤੁਸੀਂ ਦੇਖ ਸਕਦੇ ਹੋ ਭਾਵੇਂ ਮਨੁੱਖ ਅਜੇ ਵੀ ਪੁਰਾਣੇ ਢੰਗ ਨਾਲ ਪੈਦਾ ਹੁੰਦਾ ਹੈ ਜਾਂ ਪੁਰਾਣੀ ਸ੍ਰਿਸ਼ਟੀ ਦਾ ਹੈ, ਪਰ ਉਹ ਹੁਣ ਮਸੀਹ ਨਾਲ ਜੁੜਨ ਦੇ ਕਾਰਨ ਉਹ ਖੁਦ ਕੀ ਬਣ ਜਾਂਦਾ ਹੈ? ਉਹ ਨਵੀਂ ਸ੍ਰਿਸ਼ਟੀ ਬਣ ਜਾਂਦਾ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਤੁਸੀਂ ਜਾਣਦੇ ਹੋ ਜਦੋਂ ਤੁਸੀਂ ਸੰਸਾਰ 'ਚ ਪੈਦਾ ਹੁੰਦੇ ਹੋ ਤੁਸੀਂ ਪੁਰਾਣੇ ਹੋ।
ਪਰ ਜਦੋਂ ਤੁਸੀਂ ਮਸੀਹ ਦੇ ਨਾਲ ਜੁੜ ਗਏ ਤੁਸੀਂ ਨਵੀਂ ਸ੍ਰਿਸ਼ਟੀ ਬਣ ਗਏ। ਹਾਲੇਲੂਇਆ। ਇਫਸੀਆਂ 2:10 ਚ ਲਿਖਿਆ ਹੈ ਕਿਉਂ ਜੋ ਅਸੀਂ ਹੁਣ ਦੀ ਰਚਨਾ ਹਾਂ, ਪੁਰਾਣੀ ਰਚਨਾ ਨਹੀਂ, ਕਿਉਂ ਜੋ ਅਸੀਂ ਹੁਣ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਰ ਨੇ ਅੱਗੋਂ ਹੀ ਸਾਨੂੰ ਤਿਆਰ ਕੀਤਾ ਵੀ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਹੁਣ ਅਸੀਂ ਕੀ ਹਾਂ? ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਅਸੀਂ ਪੁਰਾਣੀ ਰਚਨਾ ਨਹੀਂ ਹਾਂ ਬਲਕਿ ਅਸੀਂ ਕੀ ਹਾਂ? ਅਸੀਂ ਨਵੀਂ ਰਚਨਾ। ਹਾਲੇਲੂਇਆ। ਹਾਂ, ਤੇ ਇਫਸੀਆਂ 4:24 ਵਿੱਚ ਲਿਖਿਆ ਹੈ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਕਿਹਨੂੰ ਪਹਿਨ ਲਓ? ਨਵੀਂ ਇਨਸਾਨੀਅਤ ਨੂੰ ਪਹਿਨ ਲਵੋ ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾ ਵਿੱਚ ਉਤਪੰਨ ਹੋਈ। ਕਿਹਨੂੰ ਪਹਿਨ ਲਓ? ਨਵੀਂ ਇਨਸਾਨੀਅਤ। ਹਾਲੇਲੂਇਆ। ਇਹ ਨਵੀਂ ਸ੍ਰਿਸ਼ਟੀ ਪੁਰਾਣੀ ਸ੍ਰਿਸ਼ਟੀ ਤੋਂ ਬਣਾਈ ਹੋਈ ਨਹੀਂ ਹੈ। ਹਾਲੇਲੂਇਆ। ਜਿਹੜੀ ਪਰਮੇਸ਼ਵਰ ਨੇ ਨਵੀਂ ਸ੍ਰਿਸ਼ਟੀ ਬਣਾਈ ਹੈ ਉਸਨੇ ਪੁਰਾਣੀ ਸ੍ਰਿਸ਼ਟੀ ਤੋਂ ਨਹੀਂ ਬਣਾਇਆ, ਨਹੀਂ ਤਾਂ ਇਸ ਨੂੰ ਨਵੀਂ ਸ੍ਰਿਸ਼ਟੀ ਨਹੀਂ ਸੀ ਪੁਕਾਰਿਆ ਜਾਣਾ। ਇਹ ਨਵੀਂ ਸ੍ਰਿਸ਼ਟੀ ਇੱਕ ਦੂਸਰੀ ਸ੍ਰਿਸ਼ਟੀ ਹੈ। ਹਾਲੇਲੂਇਆ। ਅਤੇ ਪੁਰਾਣੀ ਸ੍ਰਿਸ਼ਟੀ ਤੋਂ ਵੱਖਰੀ ਹੈ। ਉਹ ਸਰੀਰ ਦੇ ਅਨੁਸਾਰ ਸਾਡੇ ਨਾਲ ਵਿਆਹ ਨਹੀਂ ਕਰ ਰਿਹਾ ਹੈ ਜਿਵੇਂ ਉਸਨੇ ਇਜ਼ਰਾਈਲ ਨਾਲ ਕੀਤਾ ਸੀ। ਹਾਲੇਲੂਇਆ। ਅਸੀਂ ਦੇਖਦੇ ਹਾਂ ਇਜ਼ਰਾਈਲ ਨਾਲ ਖੁਦਾ ਸੁਭਾਵਿਕ ਰੂਪ ਦੇ ਨਾਲ ਵਿਆਹ ਕਰਦਾ ਹੈ, ਪਰ ਕਲੀਸਿਆ ਦੇ ਨਾਲ ਕਿਸ ਤਰ੍ਹਾਂ ਕਰ ਰਿਹਾ ਹੈ? ਆਤਮਿਕ ਰੂਪ ਚ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਹਾਲੇਲੂਇਆ। ਤਾਂ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਅੱਜ ਉਹ ਆਤਮਿਕ ਰੂਪ ਦੇ ਨਾਲ ਕਲੀਸਿਆ ਦੇ ਨਾਲ ਵਿਹਾਰ ਕਰ ਰਿਹਾ ਹੈ ਤਾਂ ਤੁਹਾਨੂੰ ਨਵੀਂ ਸ੍ਰਿਸ਼ਟੀ ਬਣਾ ਰਿਹਾ ਹੈ। ਹਾਲੇਲੂਇਆ। ਉਹ ਖੁਦ ਉਸ ਨਵੀਂ ਸ੍ਰਿਸ਼ਟੀ ਦਾ ਪਹਿਲਾ ਫਲ ਹੈ। ਹਾਲੇਲੂਇਆ। ਉਹ ਖੁਦ ਹੀ ਖੁਦਾ ਸੀ। ਹਾਲੇਲੂਇਆ। ਤਾਂ ਅਸੀਂ ਦੇਖਦੇ ਹਾਂ ਖੁਦਾ ਹੀ ਮਨੁੱਖੀ ਰੂਪ ਧਾਰਨ ਕਰਕੇ ਆ ਗਿਆ। ਹਾਲੇਲੂਇਆ। ਤਾਂ ਹੁਣ ਉਹ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਉਹ ਅਨੇਕਾਂ ਪੁੱਤਰਾਂ ਨੂੰ ਰਚ ਰਿਹਾ ਹੈ। ਹਾਲੇਲੂਇਆ। ਪ੍ਰਭੂ ਬਹੁਤ ਸਾਰੀ ਬਰਕਤ ਦੇ। ਪਹਿਲਾਂ ਉਹਦੀ ਰਚਨਾ ਹੋਈ ਤਾਂ ਉਹਦੇ ਵਿੱਚ ਹੀ ਹੁਣ ਬਾਕੀ ਪੁੱਤਰਾਂ ਦੀ ਰਚਨਾ ਹੋ ਰਹੀ ਹੈ। ਹਾਲੇਲੂਇਆ। ਤਾਂ ਅੱਜ ਜਦੋਂ ਤੁਸੀਂ ਉਹਦੇ ਵਿੱਚ ਜਨਮ ਲੈਂਦੇ ਹੋ, ਜਦੋਂ ਤੁਸੀਂ ਉਹਦੇ ਨਾਲ ਜੁੜਦੇ ਹੋ, ਤੁਸੀਂ ਇੱਕ ਨਵੀਂ ਰਚਨਾ ਪੈਦਾ ਹੁੰਦੇ ਹੋ। ਹਾਲੇਲੂਇਆ। ਪਰਮੇਸ਼ਵਰ ਜੋ ਕਿ ਰਚਣ ਵਾਲਾ ਹੈ ਉਹ ਆਪਣੇ ਲਈ ਸ੍ਰਿਸ਼ਟੀ ਦੀ ਰਚਨਾ ਦੇ ਇੱਕ ਭਾਗ ਨੂੰ ਰਚ ਰਿਹਾ ਹੈ। ਹਾਲੇਲੂਇਆ। ਇਹ ਹੀ ਪਰਮੇਸ਼ਵਰ ਦਾ ਸੱਚਾ ਪ੍ਰਕਾਸ਼ ਹੈ। ਇਹੀ ਉਹਦਾ ਉਦੇਸ਼ ਸੀ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਇਹ ਉਦੇਸ਼ ਹੀ ਚੁਣੇ ਜਾਣ ਦੇ ਕਾਰਨ ਇੱਕ ਆਕਾਰ ਵਿੱਚ ਢਲ ਰਿਹਾ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਪਰਮੇਸ਼ਵਰ ਦਾ ਉਦੇਸ਼ ਕੀ ਸੀ? ਕਿ ਉਹ ਨਵੀਂ ਸ੍ਰਿਸ਼ਟੀ ਨੂੰ ਉਤਪੰਨ ਕਰੇ। ਹਾਲੇਲੂਇਆ। ਤੇ ਜਦੋਂ ਤੁਸੀਂ ਇਸ ਜਗ੍ਹਾ ਦੇ ਉੱਤੇ ਹੋ ਤਾਂ ਉਸਨੇ ਤੁਹਾਨੂੰ ਇੱਕ ਆਕਾਰ ਦੇ ਰੂਪ 'ਚ ਆਪਣੇ ਆਪ ਨੂੰ ਗ੍ਰਹਿਣ ਕਰ ਲਿਆ। ਹਾਲੇਲੂਇਆ। ਇਹੀ ਹੀ ਕਾਰਨ ਹੈ ਕਿ ਉਹ ਅੱਜ ਕਲੀਸਿਆ ਦੇ ਸਾਰੇ ਯੁੱਗਾਂ ਦੀ ਸਮਾਪਤੀ ਅਤੇ ਸਭ ਗੱਲਾਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਦੇਖ ਸਕਦਾ ਹੈ ਅਤੇ ਪਰਮੇਸ਼ਵਰ ਇਸ ਨਵੀਂ ਸ੍ਰਿਸ਼ਟੀ ਦਾ ਰਚਣ ਵਾਲਾ ਬਣ ਕੇ ਵੀ ਆਪਣੀ ਕਲੀਸਿਆ ਦੇ ਵਿੱਚ ਮੌਜੂਦ ਰਹਿੰਦਾ ਹੈ। ਹਾਲੇਲੂਇਆ। ਉਹਦੀ ਸਰਵ ਸ਼ਕਤੀ ਦੇ ਰਾਹੀਂ ਇਸੇ ਤਰ੍ਹਾਂ ਹੋਇਆ ਹੈ। ਆਪਣੇ ਖੁਦ ਦੇ ਫੈਸਲੇ ਨਾਲ ਉਸਨੇ ਇਸ ਨਵੀਂ ਸ੍ਰਿਸ਼ਟੀ ਦੇ ਲੋਕਾਂ ਨੂੰ ਪਹਿਲਾਂ ਤੋਂ ਹੀ ਚੁਣ ਲਿਆ ਹੈ। ਹਾਲੇਲੂਇਆ। ਉਹ ਪਹਿਲਾਂ ਤੋਂ ਜਾਣਦਾ ਸੀ। ਆਪਣੀ ਨੇਕ ਇਰਾਦੇ ਦੇ ਨਾਲ ਉਹ ਪਹਿਲਾਂ ਤੋਂ ਜਾਣਦਾ ਸੀ। ਹਾਲੇਲੂਇਆ। ਉਹਨੇ ਪਹਿਲਾਂ ਤੋਂ ਹੀ ਲਪਾਲਕ ਪੁੱਤਰ ਹੋਣ ਦੇ ਲਈ ਅਗੇਤਰਾ ਤੋਂ ਹੀ ਤੁਹਾਨੂੰ ਠਹਿਰਾ ਦਿੱਤਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਉਹ ਪਹਿਲਾਂ ਹੀ ਆਪਣੇ ਗਿਆਨ ਦੇ ਨਾਲ ਜਾਣਦਾ ਸੀ। ਉਹ ਜਾਣਦਾ ਸੀ ਤੁਸੀਂ ਕਿੱਥੇ ਪੈਦਾ ਹੋਵੋਗੇ। ਉਹ ਜਾਣਦਾ ਸੀ ਤੁਸੀਂ ਕਿਹੜੀ ਜਗ੍ਹਾ ਤੇ ਹੋਵੋਗੇ। ਉਹ ਜਾਣਦਾ ਸੀ ਤੁਸੀਂ ਕੀ ਕਰੋਗੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਹੋ ਸਕਦਾ ਹੈ ਤੁਸੀਂ ਜਨਮ ਲਿਆ ਤੇ ਜਾਂ ਤੁਸੀਂ ਜਨਮ ਲੈਣ ਤੋਂ ਬਾਅਦ ਕਿਸੇ ਪਾਪ ਵਾਲੀ ਜਗ੍ਹਾ ਤੇ ਚਲੇ ਗਏ। ਹਾਲੇਲੂਇਆ। ਤੁਸੀਂ ਪਾਪ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਤੁਸੀਂ ਬਦੀ ਕਰਨੀ ਸ਼ੁਰੂ ਕਰ ਦਿੱਤੀ, ਤੁਸੀਂ ਅਨਾਗਿਆਕਾਰੀ ਕਰਨੀ ਸ਼ੁਰੂ ਕਰ ਦਿੱਤੀ, ਪਰ ਪਰਮੇਸ਼ਵਰ ਤੁਹਾਨੂੰ ਪਹਿਲਾਂ ਤੋਂ ਜਾਣਦਾ ਸੀ। ਹਾਲੇਲੂਇਆ। ਪਰ ਜਦੋਂ ਸਮਾਂ ਪੂਰਾ ਹੋਇਆ ਉਹਨੇ ਪੁਕਾਰ ਦਿੱਤੀ। ਉਹਨੇ ਕਿਹਾ ਹੈ ਮੇਰੇ ਪੁੱਤਰ ਤੂੰ ਬਾਹਰ ਆ ਜਾ। ਹਾਲੇਲੂਇਆ। ਔਰ ਜਦੋਂ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ, ਤੁਸੀਂ ਉਹਦੇ ਵਚਨ ਨੂੰ ਸੁਣਨ ਦੇ ਮਾਰੇ ਤੁਸੀਂ ਬਾਹਰ ਆ ਗਏ। ਹਾਲੇਲੂਇਆ। ਇਹ ਕਿਸੇ ਮਨੁੱਖ ਦੀ ਆਵਾਜ਼ ਨਹੀਂ ਹੈ ਬਲਕਿ ਇਹ ਤਾਂ ਪਰਮੇਸ਼ਵਰ ਦੀ ਆਵਾਜ਼ ਸੀ।
हालेलुया। तो वो सर्वशक्तिमान परमेश्वर से, हालेलुया, तो सर्व ज्ञानी परमेश्वर से, हालेलुया, तो उसने ही सारा कुछ किया है। जेकर वो इसके बारे विच पहला ही पक्की तरह यकीनी ना हुंदा तो किवें जान सकता सी कि अपनी कलीसिया दे विच खड़ा है। हालेलुया, उसनु पूरा भरोसा सी। हालेलुया, इसलिए ओदे ਜਿਹੜੇ ਭਾਈ ਹਨ ਉਹਦੀ ਮਹਿਮਾ ਕਰ ਰਹੇ ਹਨ। हालेलुया, ਤੁਸੀਂ ਉਹਦੀ ਰਚਨਾ ਹੋ, ਤੁਸੀਂ ਇਸ ਜਗ੍ਹਾ ਉੱਤੇ ਆ ਕੇ ਉਹਦੀ ਮਹਿਮਾ ਕਰ ਰਹੇ ਹੋ, ਉਹਦੇ ਗੀਤ ਭਜਨ ਗਾ ਰਹੇ ਹੋ। ਕਿਉਂ? ਕਿਉਂਕਿ ਉਹਨੇ ਪਹਿਲਾਂ ਹੀ ਤੁਹਾਨੂੰ ਆਪਣੇ ਗਿਆਨ ਦੇ ਨਾਲ ਸਮਝ ਲਿਆ ਸੀ। ਹਾਲੇਲੂਇਆ, ਉਹ ਤੁਹਾਨੂੰ ਆਪਣੇ ਉਸ ਸੁਭਾਅ ਦੇ ਨਾਲ ਉਸਨੇ ਬਾਹਰ ਨੂੰ ਕੱਢਿਆ ਹੈ। ਹਾਲੇਲੂਇਆ, ਤਾਂ ਕਿ ਉਸ ਦਾ ਨੇਕ ਇਰਾਦਾ ਉਸੇ ਤਰ੍ਹਾਂ ਹੀ ਪੂਰਾ ਹੋ ਸਕੇ। ਹਾਲੇਲੂਇਆ, ਅਸੀਂ ਉਸੇ ਵਿੱਚ ਅਸੀਂ ਵੀ ਉਹਦੀ ਧਾਰਨਾ ਮੁਜਬ ਜਿਹੜਾ ਆਪਣੀ ਇੱਛਾ ਦੇ ਅਨੁਸਾਰ ਉਹ ਸਭ ਕੁਝ ਕਰਦਾ ਹੈ। ਉਸਨੇ ਹੀ ਸਾਨੂੰ ਅਧਿਕਾਰ ਦਿੱਤਾ ਹੈ। ਹਾਲੇਲੂਇਆ, ਉਹਨੇ ਸਾਨੂੰ ਅਧਿਕਾਰ ਦਿੱਤਾ ਹੈ। ਉਹਨੇ ਹੀ ਸਾਨੂੰ ਠਹਿਰਾਇਆ ਹੈ ਕਿ ਤੁਸੀਂ ਉਸ ਵਿੱਚ ਰਹਿ ਕੇ ਕੰਮ ਕਰ ਸਕੋ। ਹਾਲੇਲੂਇਆ, ਕਿ ਤੁਸੀਂ ਖੁਸ਼ ਹੋ, ਕਿ ਤੁਸੀਂ ਉਹਦੇ ਅੰਦਰ ਹੋ। ਹਾਲੇਲੂਇਆ, ਛੁਟਕਾਰਾ ਬਾਹਰ ਨਹੀਂ ਹੈ बल्कि छुटकारा ਉਹਦੇ ਅੰਦਰ ਹੈ। ਅੰਦਰ ਰਹਿ ਕੇ ਛੁਟਕਾਰਾ ਮਿਲ ਸਕਦਾ ਹੈ। ਜਦੋਂ ਤੁਸੀਂ ਮਸੀਹ ਨੂੰ ਗ੍ਰਹਿਣ ਕਰ ਲੈਂਦੇ ਹੋ, ਜਦੋਂ ਤੁਸੀਂ ਮਸੀਹ ਦੇ ਵਿੱਚ ਆ ਜਾਂਦੇ ਹੋ, ਫਿਰ ਹੀ ਤੁਹਾਡਾ ਛੁਟਕਾਰਾ ਹੁੰਦਾ ਹੈ। ਹਾਲੇਲੂਇਆ, ਅਸੀਂ ਕਈ ਆਲੋਚਨਾ ਕਰਨ ਵਾਲਿਆਂ ਨੂੰ ਦੇਖਦੇ ਹਾਂ, ਉਹ ਕਿਵੇਂ ਖੜੇ ਹੁੰਦੇ ਨੇ ਅਤੇ ਪਵਿੱਤਰ ਆਤਮਾ ਦੇ ਬੇਦਾਰੀ ਦਾ ਮਜ਼ਾਕ ਉਡਾਉਂਦੇ ਹਨ। ਹਾਲੇਲੂਇਆ, ਅਸੀਂ ਦੇਖਦੇ ਹਾਂ ਕੁਝ ਸਮੇਂ ਬਾਅਦ परमेश्वर उन्ना ही मनुखा फड़ लेता है। हालेलुया, कई बार देखा कई जने से दूसरे मजाक करते बड़ा मसीह बन गया। हालेलुया, वो उन्हां दे नाल तुसीं चलदे हो, तुसीं उन्हां नाल नशा करो, तुसीं उन्हां दे नाल जुआ खेडो, उन्हां नूं कोई टेंशन नहीं हुंदी। हालेलुया, पर कई बार जदों तुसीं मसीह बन जांदे हो, वो कहंदे हैं शराब छड्ड गया, तू जुआ छड्ड गया, तू गलत काम करने छड्ड गया, तू मसीह बन गया। हालेलुया, कई मैं देखा है कि जड़े मखौल करते ने, मजाक करते ने। हालेलुया, पर कई बार देखा है कि वो मजाक करने वाले ही एक दिन आप मसीह बने हुए। हालेलुया, क्योंकि ਅਸੀਂ देखते हैं कि खुदा ही मनुखा ਨੂੰ ਫੜਦਾ है। हालेलुया, कई बार देखते हैं कि बंदा विरोध च खड़ा होता है पर वही बंदा तब्दील हो जाता है। हालेलुया, कई बार देखते हैं कई वचन का ना विरोध करते हैं पर वही बाद में उसे पुलपट पे खड़े होकर वही प्रचार कर रहे होते हैं। हालेलुया, तन बहुत सारी बरकत दे। हालेलुया, जिस चीज तो कदे नफरत करते सी, हालेलुया, फिर उसे संदेश को प्रचार करते हैं। हालेलुया, नबी ने एक संदेश दिता असत्यवाद। हालेलुया, असत्यवाद का मतलब ਹੁੰਦਾ ਹੈ ਦੇਖਣ ਦੇ ਵਿੱਚ ਗੱਲ ਝੂਠੀ ਹੈ ਪਰ ਹੁੰਦੀ ਸੱਚੀ ਹੈ। ਪੈਰਾਡੋਕਸ। ਹਾਂਜੀ ਜੀ। ਹਾਲੇਲੂਇਆ, ਔਰ ਦੇਖਣ ਦੇ ਵਿੱਚ ਕੀ ਲੱਗਦਾ ਹੈ ਝੂਠ ਹੈ ਕਿ ਝੂਠ ਹੈ ਪਰ ਹੁੰਦਾ ਸੱਚ ਹੈ। ਹੁੰਦਾ ਸੱਚ ਹੈ। ਆਮੇਨ। ਹਾਲੇਲੂਇਆ, ਇਹ ਦੇਖੋ ਕਿਵੇਂ ਖੁਦਾ ਇੱਕ ਬੇਪਰਤੀਤੇ ਨੂੰ ਲੈਂਦਾ ਹੈ तो उसने विश्वासी बना दिंदा है। हालेलुया, आमेन। हालेलुया, देखण दे विच की लगदा है, देखण दे विच ਇਹ लगदा है कि ਇਹ यार पहला तो विरोध करदा सी पर आज आपे प्रचार करदा है। आमेन। पहला मसीह दे लाके नहीं सी वजदा पर आज मसीह दा प्रचार कर रहा है। हालेलुया, आमेन। हालेलुया, ये पैराडॉक्स है। आमेन। हालेलुया, सत्यवास है। यस, गल तो झूठी लगती है पर हुंदी सच्ची है। हालेलुया, ये खुदा दे चंबे काम हैं। जदों मनुख पहले आदमी तो बदल आके यीशु मसीह विच नवी सृष्टि बन जाता है तां ओ नवी रचना बनदा है। हालेलुया, वो जो पहला सी ओ चीज नहीं रहती, ओ यीशु मसीह विच बिल्कुल नवी रचना बन जाता है। हालेलुया, जद खुदा दा वचन करदा की है ਤੁਹਾਡੇ ਸੁਭਾਅ ਨੂੰ ਬਦਲਦਾ ਹੈ। ਖੁਦਾ ਦਾ ਵਚਨ ਕਰਦਾ ਕੀ ਹੈ ਤੁਹਾਡਾ ਨੇਚਰ ਬਦਲ ਦਿੰਦਾ ਹੈ। ਖੁਦਾ ਦਾ ਵਚਨ ਕਰਦਾ ਹੀ ਕੀ ਹੈ ਤੁਹਾਡੀ ਸਾਰੀ ਗੰਦਗੀ ਨੂੰ ਦੂਰ ਕਰਦਾ ਹੈ। ਹਾਲੇਲੂਇਆ, ਜਦ ਪਰਮੇਸ਼ਵਰ ਕਰਦਾ ਕੀ ਹੈ
परमेश्वर तानू ही जड़ा कि पाप दे नाल बंदा लिबड़ेदा है तानू ही शुद्ध करदा है। हालेलुया। यीशु मसीह कादे लिए आया? यीशु मसीह जेड़ी रचना बन के आया, देहधारी परमेश्वर बन के आया, वो कादे लिए आया? हालेलुया। क्योंकि तुसी आप पाप दे नाल लिबड़े बंदे तुसी शुद्ध नहीं सी हो सकदे। हालेलुया। कदे तुसी सोचा है कि मैं प्रचार कर रहा है कि मैं शुद्ध सी? कदे तुसी अपने जीवन ते छाती मारी है कि तुसी शुद्ध सी? नहीं, असी सारे पाप च सी, असी गंदगी च सी, असी गाला कट्टन वाले सी, असी झंडा करने वाले सी, असी शराब ते नशे करने वाले सी। हालेलुया। पर जदों सानू मसीह दे वचन दा पता लग गया, परमेश्वर दे वचन ने ही सानू बदल दिता। हालेलुया। असी देखते हैं उसने ही सानू एक नवी रचना पैदा कर दी। हालेलुया। प्रथम बहुत सारी बरकत दे जदों तुसी ताड़ा सुभाव बदल जाता है, ताड़ा नेचर बदल जाता है, उदों तुसी नवी रचना बन जाते हो। हालेलुया। कोई अजीब चीज है जो कलीसिया नू ठीक चलाउंदी है, ठीक करती है। को अपना आप नू बखावे, ओ पवित्र आत्मा अते अग दा बपतिस्मा है जो उपरों स्वर्ग विचों परमेश्वर कोलों आंदा है अते कलीसिया नू सेध विच करदा है। हालेलुया। ऐ नहीं बे तुसी एदा जां ओदा विरोध करो, पर जदों परमेश्वर दा प्यार दी अग दा बपतिस्मा आंदा है, ओ तुहाडे दिल विचों तुहाडीआं सारीआं चीज़ां दा हुंजा फेर दिंदा। हालेलुया। जो बात तुसी अंदर रखी हुंदे, जो मिलावट अंदर रखी हुंदी है, जो परमेश्वर दा वचन आंदा है तो सारा हुंजा फेर दिंदा। तेनू तानू की कर दिंदा है? बिल्कुल साफ ते सुथरा कर दिंदा। हालेलुया। और तुहानू मसीह विच नवी रचना बनांदा। फिर तुसी पुराने नहीं रहते, तुसी नवे हो जाते हो। हालेलुया। फिर असीं देखते हैं औरतां फिर अपने वालां नू दे नाल छेड़खानियां नहीं करदी। हालेलुया। जदों तुसी नवे हो जाते हो, जदों तुसी नवी रचना बन जाते हो, फिर हालेलुया तुहानू सही बरकत दे तुसी अपने जिस्म दी, अपने शरीर दी की करते हो? कदर करते हो। हालेलुया। तुसी जानते हो कि इस तो पहला कि आत्मा पवित्र होवे, ताड़ा शरीर भी पवित्र होना चाहिए। हालेलुया। असीं देखते हैं तुसी अपने शरीर की कदर करते हो, फिर तुसी अपने वालां दे नाल छेड़खानियां नहीं करते, बल्कि वालां नूं वधांदियां हो। हालेलुया। तुसी जानते एक आत्मा हुंदा है जिहड़ा वालां नूं कटा दिंदा है। हालेलुया। एक आत्मा ही हुंदा है जदों तुसी शीशे दे सामने जांदियां हो तो जदों चेहरे नूं देखते हो तो तुसी समझदे हो कि मैं हजे मेरा चेहरा कोई साफ सुथरा नहीं है, मैं ठीक नहीं हां। प्रभु ने ठीक नहीं बनाया, जब प्रभु ने ठीक नहीं बनाया, मैं ठीक करांगी। हालेलुया। तुसी आप भी कोशिश करदियां हो कि मैं इस चेहरे नूं वधिया करके पेश करूं। हालेलुया। तो तुहानू सारी बरकत दे, पर जदों तुसी नवी रचना बन जाते हो, फिर तुहाडा चेहरा जिहड़ा है तुसी कदे उहदे नाल छेड़खानी नहीं करदे। हालेलुया। फिर तुसी अपने वालां नूं वधांदियां हो। भाई जिहड़े हन ओ सिगरटां पीणियां छड्ड दिंदे हन। हालेलुया। बस तुसी ठीक होना शुरू हो जाते हो। हालेलुया। तुहाडा सुभाव बदलना शुरू हो जाता है। फिर तुहाडा कदे भी झूठ बोलने नूं दिल नहीं करेगा, फिर कदे तुहानू नशा करने नूं दिल नहीं करेगा। हालेलुया। तुहाडीआं सारीआं चीज़ां ठीक होणियां शुरू हो जांदियां ने। हालेलुया। यह सब उदों हुंदा है जदों तुसी अपने आप नूं सच ते आउण दिंदे हो, जदों तुहाडे जीवन चों सारा झूठ, सारा फरेब बाहर हो जांदा है। हालेलुया। प्रभु बहुत सारी बरकत दे। कहते पुराने जीवन च तुसी देखो, तुसी गल पीछे झूठ बोलो। हालेलुया। जिथे लोड़ नहीं है उत्थे भी झूठ, हर जगह ते झूठ। यानी कि तुसी की कर रहे हो? तुसी किसी और नूं धोखा नहीं, तुसी अपने आप नूं धोखा दे रहे हो। हालेलुया। पर जदों तुसी नवी रचना बनदे हो, फिर तुहाडा सुभाव बदल जांदा है। तुसी झूठ मारन तो डरदे हो, तुसी फरेब करन तो डरदे हो, तुसी गलत काम करन तो डरदे हो। तुहानू डर लगदा है कि कोई मैनू देख रहा है, जे तुसी कर लेंदे हो प्रभु दी हजूरी च चले जाते हो। हालेलुया। जदों परमेश्वर ने पहले आदमी नूं बनाया, उसने आकाश अते पृथ्वी उत्पन्न कीता
ਅਤੇ ਜਦ ਖੁਦਾ ਨੇ ਉਸ ਪੁਰਾਣੀ ਰਚਨਾ ਨੂੰ ਖੜੇ ਹੋ ਕੇ ਦੇਖਿਆ, ਉਸਨੇ ਉਸ ਨੂੰ ਇਸ ਲਈ ਨਹੀਂ ਵੇਖਿਆ ਕਿ ਉਸ ਦਾ ਨਿਆਂ ਕਰੇ। ਹਾਲੇਲੂਇਆ। ਜਦੋਂ ਉਸਨੇ ਰਚਨਾ ਨੂੰ ਦੇਖਿਆ ਤਾਂ ਉਹ ਇਸ ਲਈ ਨਹੀਂ ਖੜਾ ਹੋਇਆ ਕਿ ਇਹਦਾ ਨਿਆਂ ਕਰੇ। ਉਸਨੇ ਆਪਣੀ ਸ੍ਰਿਸ਼ਟੀ ਨੂੰ ਵੇਖਿਆ ਅਤੇ ਆਖਿਆ ਇਹ ਕਿੰਨੀ ਵਧੀਆ ਹੈ। ਹਾਲੇਲੂਇਆ। ਜਦੋਂ ਆਪਣੀ ਹੱਥ ਦੀ ਰਚਨਾ ਨੂੰ ਉਹਨੇ ਦੇਖਿਆ ਤਾਂ ਉਹਨੇ ਕੀ ਕਿਹਾ? ਇਹ ਵਧੀਆ ਹੈ। ਉਸਨੇ ਇਸ ਦੀ ਪ੍ਰਸ਼ੰਸਾ ਕੀਤੀ। ਕਿ ਤੁਸੀਂ ਇਸ ਨੂੰ ਸਮਝ ਗਏ ਹੋ? ਹਾਲੇਲੂਇਆ। ਉਸਨੇ ਉਸ ਨੂੰ ਵੇਖਿਆ ਤੇ ਨਿਗਾਹ ਕੀਤੀ ਕਿ ਬਹੁਤ ਹੀ ਵਧੀਆ ਹੈ। ਹਾਲੇਲੂਇਆ। ਅਸੀਂ ਦੇਖਦੇ ਹਾਂ ਜਦੋਂ ਉਹਨੇ ਸ੍ਰਿਸ਼ਟੀ ਕੀਤੀ ਸਭ ਕੁਝ ਸੰਪੂਰਨ ਸੀ। ਰੁੱਖ ਸੰਪੂਰਨ ਸੀ, ਆਦਮੀ ਅਤੇ ਔਰਤ ਇਹ ਸਭ ਕੁਝ ਸੰਪੂਰਨ ਸੀ। ਉਸਨੇ ਆਖਿਆ ਵਧੀਆ ਹੈ, ਬਹੁਤ ਚੰਗਾ ਹੈ। ਪਰੰਤੂ ਸ਼ੈਤਾਨ ਨੇ ਹੀ ਇਸ ਨੂੰ ਵਿਗਾੜ ਦਿੱਤਾ। ਪਰ ਖੁਦਾ ਦੇ ਲਈ ਆਪਣੀ ਸ੍ਰਿਸ਼ਟੀ ਨੂੰ ਦੋਸ਼ੀ ਠਹਿਰਾਉਣਾ ਕਿੰਨਾ ਮੁਸ਼ਕਲ ਸੀ, ਕਿਉਂਕਿ ਉਹਨੇ ਆਪਣੇ ਹੱਥਾਂ ਦੇ ਨਾਲ ਤਾਂ ਉਹਨੂੰ ਬਣਾਇਆ ਸੀ। ਫਿਰ ਤੁਸੀਂ ਹਿਸਾਬ ਲਾਓ, ਫਿਰ ਉਸ ਲਈ ਅੱਜ ਹੋਰ ਵੀ ਕਿੰਨਾ ਅਸੰਭਵ ਹੋਵੇਗਾ। ਹਾਲੇਲੂਇਆ। ਆਨੰਦ ਹੋ। ਫਿਰ ਇਹਨਾਂ ਦਿਨਾਂ 'ਚ ਹੋਰ ਕਿੰਨਾ ਅਸੰਭਵ ਹੋਵੇਗਾ ਕਿ ਉਹ ਆਪਣੀ ਦੂਸਰੀ ਰਚਨਾ ਨੂੰ ਦੋਸ਼ੀ ਠਹਿਰਾਵੇ। ਹਾਲੇਲੂਇਆ। ਆਨੰਦ ਹੋ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ, ਜਦ ਕਿ ਤੁਸੀਂ ਮਸੀਹ ਵਿੱਚ ਇੱਕ ਨਵੀਂ ਰਚਨਾ ਕਰਕੇ ਰਚੇ ਗਏ। ਹਾਲੇਲੂਇਆ। ਜੇ ਪਹਿਲਾਂ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਆਦਮ ਤੇ ਹਵਾ ਨੂੰ ਬਣਾਇਆ ਸੀ, ਜਦੋਂ ਉਹ ਦੋਸ਼ੀ ਹੋ ਗਏ ਤਾਂ ਉਹਨਾਂ ਦਾ ਨਿਆਂ ਕਰਨ, ਉਹਨਾਂ ਨੂੰ ਦੋਸ਼ੀ ਠਹਿਰਾਉਣ ਦੇ ਲਈ ਉਹਦੇ ਲਈ ਕਿੰਨੀ ਮੁਸ਼ਕਲ ਗੱਲ ਸੀ। ਫਿਰ ਅੱਜ ਕਿੰਨੀ ਮੁਸ਼ਕਲ ਗੱਲ ਹੈ ਉਹਦੇ ਲਈ, ਫਿਰ ਕਿੰਨੀ ਅਸੰਭਵ ਗੱਲ ਹੈ। ਹਾਲੇਲੂਇਆ। ਤੁਸੀਂ ਆਪ ਨਹੀਂ ਆ ਗਏ, ਤੁਸੀਂ ਇਹ ਆਪੇ ਨਹੀਂ ਕਰ ਸਕਦੇ ਸੀ। ਇਸ ਨਾਲ ਕੋਈ ਮਤਲਬ ਨਹੀਂ ਸੀ ਕਿ ਤੁਸੀਂ ਕਿੰਨਾ ਚਾਹੁੰਦੇ ਸੀ ਜਾਂ ਤੁਸੀਂ ਕਿੰਨਾ ਵਧੀਆ ਕੋਸ਼ਿਸ਼ ਕੀਤੀ, ਪਰ ਤੁਸੀਂ ਇਹ ਆਪਣੇ ਆਪ ਨਹੀਂ ਕਰ ਸਕਦੇ ਸੀ। ਇਹ ਖੁਦਾ ਦੇ ਵੱਲੋਂ ਵਰਦਾਨ ਹੈ। ਹਾਲੇਲੂਇਆ। ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ, ਮੇਰਾ ਪਿਤਾ ਹੀ ਜਨਤਾ ਕੋਲੋਂ ਖਿੱਚੇਗਾ। ਹਾਲੇਲੂਇਆ। ਤੁਸੀਂ ਆਪ ਨਹੀਂ ਸੀ ਆ ਸਕਦੇ, ਬਲਕਿ ਇਹ ਤਾਂ ਖੁਦਾ ਸੀ ਜਿਹੜਾ ਤੁਹਾਨੂੰ ਖਿੱਚ ਕੇ ਲੈ ਕੇ ਆਇਆ। ਹਾਲੇਲੂਇਆ। ਅਤੇ ਹਰ ਇੱਕ ਜੋ ਮੇਰੇ ਕੋਲ ਆਵੇਗਾ ਮੈਂ ਉਸ ਨੂੰ ਅਨੰਤ ਜੀਵਨ ਦੇਵਾਂਗਾ ਅਤੇ ਮੈਂ ਉਹਨੂੰ ਅਨੰਤ ਦਿਨ ਖੜਾ ਕਰ ਦੇਵਾਂਗਾ। ਹਾਲੇਲੂਇਆ। ਹਾਂ, ਜਦੋਂ ਖੁਦਾ ਤੁਹਾਨੂੰ ਪਵਿੱਤਰ ਆਤਮਾ ਦੇ ਦੁਆਰਾ ਨਵੇਂ ਜਨਮ ਲਈ ਪੈਦਾ ਕਰਦਾ ਹੈ ਤਾਂ ਉਹ ਤੁਹਾਨੂੰ ਸਿਰਫ ਇਸ ਢੰਗ ਦੇ ਨਾਲ ਦੇਖਦਾ ਹੈ ਕਿ ਤੁਸੀਂ ਸੰਪੂਰਨ ਹੋ। ਹਾਲੇਲੂਇਆ। ਜਦੋਂ ਤੁਹਾਨੂੰ ਸੱਦਦਾ ਹੈ ਫਿਰ ਉਹ ਤੁਹਾਡੇ ਵਿੱਚ ਵੀ ਦੋਸ਼ ਨਹੀਂ ਦੇਖਦਾ, ਤੁਹਾਡੇ ਵਿੱਚ ਵੀ ਅਪਰਾਧ ਨਹੀਂ ਦੇਖਦਾ, ਬਲਕਿ ਉਹ ਕਿਸ ਤਰ੍ਹਾਂ ਦੇਖਦਾ ਹੈ ਕਿ ਜਿਵੇਂ ਤੁਸੀਂ ਪੂਰੇ ਸੰਪੂਰਨ ਹੋ। ਹਾਲੇਲੂਇਆ। ਕਿਉਂ? ਇਹ ਕੰਮ ਉਸਨੇ ਆਪ ਕੀਤਾ ਹੈ। ਹਾਲੇਲੂਇਆ। ਉਹਨੇ ਕਿਸੇ को नहीं करवाया सी, बल्कि सारे काम ਉਹਨੇ ਆਪੇ ਕੀਤੇ। ਆਪੇ ਹੀ ਉਹਨੇ ਸੱਦਣ ਵਾਲਾ ਹੈ, ਆਪੇ ਹੀ ਤੁਹਾਨੂੰ ਤਿਆਰ ਕਰਨ ਵਾਲਾ ਹੈ, ਆਪੇ ਉਹ ਤੁਹਾਨੂੰ ਖੜੇ ਕਰਨ ਵਾਲਾ ਹੈ, ਆਪੇ ਤੁਹਾਨੂੰ ਲੈ ਕੇ ਆਉਣ ਵਾਲਾ ਹੈ। ਹਾਲੇਲੂਇਆ। ਉਹ ਤੁਹਾਨੂੰ ਦੋਸ਼ੀ ਠਹਿਰਾ ਨਹੀਂ ਸਕਦਾ ਹੈ, ਕਿਉਂਕਿ ਤੁਸੀਂ ਉਸ ਦੀ ਰਚਨਾ ਹੋ। ਹਾਲੇਲੂਇਆ। ਤੁਸੀਂ ਪਰਮੇਸ਼ਵਰ ਦੀ ਰਚਨਾ ਹੋ। ਹਾਲੇਲੂਇਆ। ਤੁਹਾਨੂੰ ਉਸਨੇ ਕਿਵੇਂ ਬਣਾਇਆ? ਆਪਣੀ ਵੱਡੀ ਕਿਰਪਾ ਦੇ ਨਾਲ। ਹਾਲੇਲੂਇਆ। ਮੈਂ ਸਮਝਦਾ ਜੇ ਪਰਮੇਸ਼ਵਰ ਦੀ ਕਿਰਪਾ ਨਾ ਹੁੰਦੀ ਤੁਸੀਂ ਆ ਹੀ ਨਹੀਂ ਸੀ ਸਕਦੇ। ਹਾਲੇਲੂਇਆ। ਇਸ ਲਈ ਨਹੀਂ ਹੋਇਆ ਕਿ ਤੁਸੀਂ ਬਹੁਤ ਸਾਰੀਆਂ ਛਾਲਾਂ ਮਾਰੀਆਂ, ਇਸ ਲਈ ਨਹੀਂ ਹੋਇਆ ਕਿ ਤੁਸੀਂ ਬੜੇ ਵਧੀਆ ਤਰੀਕੇ ਨਾਲ ਚਰਚ 'ਚ ਆ ਰਹੇ ਹੋ, ਇਸ ਤਰ੍ਹਾਂ ਨਹੀਂ ਹੋਇਆ ਕਿ ਤੁਸੀਂ ਕੋਈ ਨਵਾਂ ਸਫਾ ਪਰਤ ਲਿਆ ਹੈ। ਹਾਲੇਲੂਇਆ। ਪਰੰਤੂ ਇਸ ਲਈ ਕਿਉਂਕਿ ਖੁਦਾ ਆਪਣੀ ਕਿਰਪਾ ਨਾਲ ਤੁਹਾਨੂੰ ਮਸੀਹ ਅਤੇ ਉਹਦੇ ਸਮਰਥਨ ਵਿੱਚ ਲੈ ਕੇ ਆਇਆ ਹੈ। ਹਾਲੇਲੂਇਆ। ਅੱਜ ਉਹ ਤੁਹਾਨੂੰ ਇਸ ਤਰ੍ਹਾਂ ਵੇਖਦਾ ਹੈ ਕਿ ਉਸ ਦਾ ਆਪਣਾ ਹੀ ਕੀਤਾ ਹੋਇਆ ਸੰਪੂਰਨ ਕੰਮ ਹੈ। ਇਸ ਤਰ੍ਹਾਂ ਨਹੀਂ ਕਿ ਤੁਸੀਂ ਕੀਤਾ ਤੁਸੀਂ ਇਸ ਜਗ੍ਹਾ ਤੇ ਆ ਗਏ। ਹਾਲੇਲੂਇਆ। ਕਿਉਂ? ਮੈਂ ਉਸ ਨੂੰ ਲਿਆਇਆ, ਮੈਂ ਉਸ ਨੂੰ ਲਹੂ ਦੇ ਅੱਗੇ ਪੇਸ਼ ਕੀਤਾ ਅਤੇ ਮੇਰੇ ਕੀਤੇ ਹੋਏ ਕੰਮ ਵਿੱਚ ਕੋਈ ਵੀ ਖਰਾਬੀ ਨਹੀਂ ਹੈ। ਉਸਨੇ ਆਖਿਆ ਤੁਸੀਂ ਮੇਰੇ ਹੱਥਾਂ ਦੀ ਰਚਨਾ ਹੋ। ਹਾਲੇਲੂਇਆ। ਉਸਨੇ ਨਵੀਂ ਰਚਨਾ ਸ਼ੁਰੂ ਕੀਤੀ ਸੀ। ਉਹ ਨਵੀਂ ਰਚਨਾ ਕੀ ਸੀ? ਨਵੀਂ ਰਚਨਾ ਉਹਦੀ ਆਪਣੀ ਰਚਨਾ ਸੀ। ਹਾਲੇਲੂਇਆ। ਕੋਈ ਹੋਰ ਰਚਨਾ ਨਹੀਂ ਸੀ, ਇਹ ਪੁਰਾਣੀ ਰਚਨਾ ਨਹੀਂ ਸੀ। ਉਹਨੇ ਆਪਣੇ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ, ਉਹਦੀ ਆਪਣੀ ਰਚਨਾ ਸੀ। ਹਾਲੇਲੂਇਆ। ਵਚਨ 'ਚ ਲਿਖਿਆ ਹੈ ਵਚਨ ਦੇਹਧਾਰੀ ਹੋਇਆ।
ਅਤੇ ਸਾਡੇ ਵਿੱਚ ਵਾਸ ਕੀਤਾ। ਖੁਦਾ ਨੇ ਮਨੁੱਖੀ ਜਾਮੇ ਨੂੰ ਰਚਿਆ। ਹਾਲੇਲੂਇਆ। ਯਿਸੂ ਮਸੀਹ ਪੁੱਤਰ ਵਿੱਚ ਖੁਦਾ ਨੇ ਆਪਣੇ ਆਪ ਨੂੰ ਵਾਸ ਕੀਤਾ। ਉਸਨੇ ਦੇਹ ਅਤੇ ਹੱਡੀਆਂ ਦੀ ਆਪਣੀ ਇੱਕ ਹੈਕਲ ਬਣਾਈ ਅਤੇ ਉਸ ਹੈਕਲ ਦੇ ਵਿੱਚ ਉਸਨੇ ਵਾਸ ਕੀਤਾ। ਹਾਲੇਲੂਇਆ। ਖੁਦਾ ਜਿਸ ਦਾ ਨਾਮ ਇਮੈਨੂਅਲ ਸੀ, ਉਸਨੇ ਆਪਣੇ ਰਹਿਣ ਲਈ ਇੱਕ ਘਰ ਬਣਾਇਆ ਅਤੇ ਉਸ ਦੇ ਰਾਹੀਂ ਉਸਨੇ ਆਪਣੇ ਵਚਨ ਨੂੰ ਆਪਣੀ ਪ੍ਰਜਾ ਤੇ ਪ੍ਰਗਟ ਕੀਤਾ। ਹਾਲੇਲੂਇਆ। ਜਦੋਂ ਤੁਸੀਂ ਮਸੀਹ ਨੂੰ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਖੁਦਾ ਕੀ ਹੈ। ਕਿੱਥੋਂ ਪਤਾ ਲੱਗਦਾ ਹੈ? ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਹਾਲੇਲੂਇਆ। ਜਦੋਂ ਤੁਸੀਂ ਮਸੀਹ ਨੂੰ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਖੁਦਾ ਕੀ ਹੈ, ਪਰਮੇਸ਼ਵਰ ਕੀ ਹੈ। ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਉਸ ਦਾ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਕਿੱਥੋਂ ਪਤਾ ਚੱਲਦਾ ਹੈ? ਜਦੋਂ ਤੁਸੀਂ ਚੱਲ ਰਹੇ ਹੁੰਦੇ ਹੋ ਪਤਾ ਲੱਗਦਾ ਹੈ ਕਿ ਮਸੀਹ ਕੀ ਹੈ, ਪਰਮੇਸ਼ਵਰ ਕੀ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਹੈਕਲ ਕੀ ਹੈ? ਜਦੋਂ ਤੁਸੀਂ ਚੱਲ ਫਿਰ ਰਹੇ ਹੋ ਉਹ ਪਵਿੱਤਰ ਹੈਕਲ ਚੱਲ ਫਿਰ ਰਹੀ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਉਸ ਤੋਂ ਬਾਅਦ ਪਰਮੇਸ਼ਵਰ ਵਚਨ ਬਣਿਆ। ਹਾਲੇਲੂਇਆ। ਫਿਰ ਥਿਉਫਨੀ ਰੂਪ ਚ ਪ੍ਰਗਟ ਅਤੇ ਅਦ੍ਰਿਸ਼ ਦੋਨੋਂ ਹੋ ਸਕਦਾ ਸੀ ਅਤੇ ਫਿਰ ਉਹ ਦੇਹਧਾਰੀ ਹੋਇਆ ਅਤੇ ਉਹ ਵਾਪਸ ਚਲਾ ਗਿਆ। ਉਹ ਮਰਿਆ, ਫਿਰ ਉਹ ਮੁਰਦਿਆਂ ਵਿੱਚੋਂ ਦੀ ਜੀ ਉੱਠਿਆ ਤੇ ਫਿਰ ਉਸੇ ਮਹਿਮਾ ਵਾਲੀ ਹਾਲਤ ਵਿੱਚ ਵਾਪਸ ਚਲਾ ਗਿਆ। ਪਰੰਤੂ ਅਸੀਂ ਥਿਉਫਨੀ ਵਿੱਚ ਜਾਣ ਦੀ ਬਜਾਏ ਮਾਸ ਅਤੇ ਲਹੂ ਦੇ ਮਨੁੱਖ ਬਣ ਗਏ। ਹਾਲੇਲੂਇਆ। ਅਸਲੀ ਕੰਮ ਕੀ ਹੈ? ਥਿਉਫਨੀ ਵਿੱਚ ਜਾ। ਪਰ ਅਸੀਂ ਕੀ ਬਣ ਗਏ? ਮਾਸ ਤੇ ਲਹੂ, ਤਾਂ ਕਿ ਤੁਸੀਂ ਪਾਪ ਤੇ ਦੁਆਰਾ ਪਰਤਾਏ ਜਾਓ। ਹਾਲੇਲੂਇਆ। ਪੌਲੁਸ ਕਹਿੰਦਾ ਹੈ ਜੇ ਤੰਬੂ ਜਿਹਾ ਘਰ ਜਿਹੜਾ ਪ੍ਰਿਥਵੀ ਤੇ ਹੈ ਢਹਿ ਪਵੇ ਤਾਂ ਸਾਨੂੰ ਇੱਕ ਹੋਰ ਘਰ ਮਿਲੇਗਾ। ਜੇ ਸਰੀਰ ਧਰਤੀ ਉੱਤੇ ਡਿੱਗ ਜਾਏ ਤਾਂ ਸਾਨੂੰ ਇੱਕ ਹੋਰ ਘਰ ਮਿਲੇਗਾ ਜਿਹੜਾ ਬਿਨਾਂ ਹੱਥ ਲਾਏ ਅਟਲ ਹੈ ਅਤੇ ਸਵਰਗ 'ਚ ਬਣਿਆ ਹੈ। ਹਾਲੇਲੂਇਆ। ਇੱਕ ਹੋਰ ਸਾਡੀ ਉਡੀਕ ਕਰ ਰਿਹਾ ਹੈ। ਹਾਲੇਲੂਇਆ। ਹਾਲੇ ਤੱਕ ਇਹ ਸਾਨੂੰ ਦੇਹ ਨਹੀਂ ਮਿਲੀ ਹੈ, ਪਰ ਧਿਆਨ ਦਿਓ ਜਦ ਉਹ ਦੇਹ ਪਰਮੇਸ਼ਵਰ ਦੇ ਆਤਮਾ ਨੂੰ ਕਬੂਲ ਕਰ ਲੈਂਦੀ ਹੈ ਤਾਂ ਤੁਹਾਡੇ ਵਿੱਚ ਅਵਿਨਾਸ਼ੀ ਜੀਵਨ ਜਾਂਦਾ ਰਹਿੰਦਾ ਹੈ। ਫਿਰ ਜੋ ਉੱਪਰ ਦੇਹ ਹੈ ਉਹ ਖੁਦਾ ਦੀ ਅਧੀਨਤਾ ਵਿੱਚ ਚਲੀ ਜਾਂਦੀ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਤੁਸੀਂ ਧਰਤੀ ਦੇ ਉੱਤੇ ਇਕਰਾਰ ਕਰ ਰਹੇ ਹੋ, ਧਰਤੀ ਦੇ ਖੜੇ ਹੋ ਕੇ ਮਸੀਹ ਨੂੰ ਗ੍ਰਹਿਣ ਕਰ ਰਹੇ ਹੋ, ਪਰ ਤੁਹਾਡੇ ਉੱਪਰਲੀ ਦੇਹ ਜਿਹੜੀ ਹੈ ਪਰਮੇਸ਼ਵਰ ਦੇ ਅਧੀਨ ਚਲੀ ਗਈ ਕਿਉਂਕਿ ਤੁਸੀਂ ਧਰਤੀ ਤੇ ਰਹਿ ਕੇ ਉਸ ਕੰਮ ਨੂੰ ਕੀਤਾ ਹੈ। ਹਾਲੇਲੂਇਆ। ਜੋ ਕੋਈ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ। ਹਾਲੇਲੂਇਆ। ਜੇ ਤੁਸੀਂ ਪਰਮੇਸ਼ਵਰ ਤੋਂ ਜਨਮ ਲਿਆ ਹੈ ਤੁਸੀਂ ਪਾਪ ਕਰ ਹੀ ਨਹੀਂ ਸਕਦੇ। ਜੇ ਤੁਸੀਂ ਮਾਂ-ਬਾਪ ਤੋਂ ਜਨਮ ਲਿਆ ਹੈ, ਦੋ ਜਨਮ ਹਨ, ਇੱਕ ਸੁਭਾਵਿਕ ਜਨਮ ਹੈ, ਇੱਕ ਆਤਮਿਕ ਜਨਮ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਜੇ ਅਸੀਂ ਨਬੀ ਦੀ ਗੱਲ ਕਰੀਏ ਤਾਂ ਭਾਈ ਇਬਰਾਹਿਮ ਕਹਿੰਦਾ ਹੈ ਕਿ ਮੈਂ ਜੇ ਆਪਣੇ ਪਰਿਵਾਰ ਦੀ ਗੱਲ ਕਰਾਂ, ਹਾਲੇਲੂਇਆ, ਤਾਂ ਮੇਰਾ ਪਰਿਵਾਰ ਤਾਂ ਸ਼ਰਾਬ ਕੱਢਣ ਵਾਲੇ ਸੀ। ਉਹ ਕਹਿ ਰਹੇ ਸੀ ਉਹ ਉਹਨਾਂ ਕੋਲ ਬੰਦੂਕਾਂ ਸੀ, ਲੜਾਈ ਝਗੜੇ ਕਰਨ ਵਾਲੇ ਸੀ, ਉਹ ਬਦਨਾਮ ਲੋਕ ਸੀ। ਹਾਲੇਲੂਇਆ। ਕਹਿੰਦਾ ਜੇ ਮੈਂ ਉਹਨਾਂ ਦੇ ਨਾਲ ਆਪਣੀ ਪਹਿਚਾਣ ਦਿੰਦਾ ਹਾਂ ਤਾਂ ਮੈਂ ਇਸ ਯੋਗ ਨਹੀਂ ਹਾਂ ਕਿ ਮੈਂ ਕੋਈ ਵਧੀਆ ਪੰਨ ਕੀਤਾ ਹੈ। ਹਾਲੇਲੂਇਆ। ਪਰ ਕਹਿੰਦਾ ਜਦੋਂ ਮੈਂ ਮਸੀਹ ਦੇ ਨਾਲ ਜੁੜਿਆ ਤਾਂ ਫਿਰ ਮੇਰਾ ਨਵਾਂ ਜਨਮ ਹੋਇਆ। ਹਾਲੇਲੂਇਆ। ਹੁਣ ਮੈਂ ਪਹਿਚਾਣ ਦੇ ਸਕਦਾ ਹਾਂ। ਹਾਲੇਲੂਇਆ। ਹੁਣ ਮੈਂ ਪਹਿਚਾਣ ਦੇ ਸਕਦਾ ਹਾਂ। ਹਾਲੇਲੂਇਆ। ਤੁਸੀਂ ਦੇਖਦੇ ਹਾਂ ਨਬੀ ਕਹਿੰਦਾ ਹੈ ਕਿ ਮੇਰੀ ਮਾਂ ਜਿਹੜੀ ਹੈ ਉਹ ਵੀ ਪਾਪ 'ਚ ਸੀ, ਮੇਰਾ ਪਿਤਾ ਜਿਹੜਾ ਸੀ ਉਹ ਵੀ ਪਾਪ 'ਚ ਸੀ ਤੇ ਮੇਰਾ ਜਨਮ ਕਿਹਦੇ 'ਚ ਹੋਇਆ? ਪਾਪ 'ਚ ਹੋਇਆ। ਹਾਲੇਲੂਇਆ। ਪਰ ਜਿਹੜਾ ਵੀ ਦੇਹ ਧਰਤੀ ਤੇ ਆਉਂਦੀ ਹੈ ਪਾਪ 'ਚ ਜਨਮ ਲੈਂਦੀ ਹੈ। ਹਾਲੇਲੂਇਆ। ਪਰ ਅਸੀਂ ਦੇਖਦੇ ਹਾਂ ਜਦੋਂ ਅਸੀਂ ਪ੍ਰਭੂ ਨੂੰ ਗ੍ਰਹਿਣ ਕਰਦੇ ਹਾਂ, ਯਿਸੂ ਮਸੀਹ ਨੂੰ ਗ੍ਰਹਿਣ ਕਰਦੇ ਹਾਂ, ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਤੇ ਸਾਡੇ ਪਾਪ ਸਾਰੇ ਭੁੱਲਣ ਵਾਲੇ ਸਮੁੰਦਰ 'ਚ ਸੁੱਟੇ ਜਾਂਦੇ। ਸਾਰੇ ਪਾਪ ਸ਼ੁੱਧ ਹੋ ਜਾਂਦੇ। ਹਾਲੇਲੂਇਆ। ਤਾਂ ਅਸੀਂ ਕੀ ਬਣ ਜਾਂਦੇ ਹਾਂ? ਅਸੀਂ ਇੱਕ ਨਵੀਂ ਸ੍ਰਿਸ਼ਟੀ ਬਣਦੇ ਹਾਂ। ਹਾਲੇਲੂਇਆ। ਜੋ ਕੋਈ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ।
ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਰਹਿੰਦਾ ਹੈ, ਉਹ ਪਾਪ ਕਰ ਹੀ ਨਹੀਂ ਸਕਦਾ। ਇਸ ਲਈ ਹੁਣ ਉਹਨਾਂ ਤੇ ਸਜ਼ਾ ਦਾ ਹੁਕਮ ਨਹੀਂ ਹੈ। ਜੋ ਮਸੀਹ ਵਿੱਚ ਹਨ ਉਹ ਸਰੀਰ ਦੀ ਇੱਛਾ ਅਨੁਸਾਰ ਨਹੀਂ ਪਰੰਤੂ ਆਤਮਾ ਦੇ ਚਲਾਏ ਚੱਲ ਰਹੇ ਹਨ। ਇਹ ਹੈ ਤੁਹਾਡੀ ਹਾਲਤ। ਤੁਹਾਡੀ ਦੇਹ ਆਤਮਾ ਦੇ ਅਧੀਨ ਹੋ ਜਾਂਦੀ ਹੈ। ਫਿਰ ਤੁਹਾਨੂੰ ਇਹ ਨਹੀਂ ਕਹਿਣਾ ਪੈਂਦਾ ਕਾਸ਼ ਕਿ ਮੈਂ ਸ਼ਰਾਬ ਛੱਡ ਦਿੰਦਾ, ਕਾਸ਼ ਕਿ ਮੈਂ ਸਿਗਰਟਾਂ ਪੀਣੀਆਂ ਛੱਡ ਦਿੰਦਾ, ਕਾਸ਼ ਕਿ ਮੈਂ ਟਾਈਮ ਸਿਰ ਬੰਦਗੀ ਤੇ ਆਉਂਦਾ, ਕਾਸ਼ ਕਿ ਮੈਂ ਹਾਲੇਲੂਇਆ। ਫਿਰ ਤੁਸੀਂ ਇਸ ਤਰ੍ਹਾਂ ਕਹਿਣ ਵਾਲੇ ਨਹੀਂ ਸੀ ਹੋਣਾ। ਹਾਲੇਲੂਇਆ। ਕਾਸ਼ ਮੈਂ ਇਹ ਕਰਨਾ ਛੱਡ ਦਿੰਦਾ। ਹਾਲੇਲੂਇਆ। ਸਿਰਫ ਮਸੀਹ ਵਿੱਚ ਆ ਜਾਓ, ਇਹ ਸਾਰੀਆਂ ਚੀਜ਼ਾਂ ਆਪਣੇ ਆਪ ਤੁਹਾਡੇ ਵਿੱਚੋਂ ਖਤਮ ਹੋ ਜਾਣਗੀਆਂ। ਹਾਲੇਲੂਇਆ। ਬਸ ਆਪਣੇ ਹਿਰਦੇ ਨੂੰ ਪੂਰੀ ਰੀਤੀ ਦੇ ਨਾਲ ਪਰਮੇਸ਼ਰ ਦੇ ਅੱਗੇ ਖੋਲ ਦਿਓ। ਹਾਲੇਲੂਇਆ। ਕਿਉਂਕਿ ਤੁਹਾਡੀ ਦੇਹ ਆਤਮਾ ਦੇ ਅਧੀਨ ਹੈ। ਹਾਲੇਲੂਇਆ। ਜਦੋਂ ਤੁਹਾਡੀ ਦੇਹ ਆਤਮਾ ਦੇ ਅਧੀਨ ਹੋ ਜਾਂਦੀ ਹੈ ਤੁਸੀਂ ਦੁਨਿਆਵੀ ਗੱਲਾਂ ਦੇ ਅਧੀਨ ਨਹੀਂ ਰਹਿੰਦੇ। ਹਾਲੇਲੂਇਆ। ਉਹ ਤੁਹਾਡੇ ਲਈ ਮਰ ਚੁੱਕੇ ਹੁੰਦੇ ਨੇ, ਉਹ ਖਤਮ ਹੋ ਚੁੱਕੇ ਹੁੰਦੇ ਨੇ। ਬਪਤਿਸਮੇ ਦੇ ਰਾਹੀਂ ਤੁਹਾਡੇ ਪਾਪ ਦਫਨ ਹੋ ਚੁੱਕੇ ਹੁੰਦੇ ਨੇ ਅਤੇ ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਬਣ ਚੁੱਕੇ ਹੁੰਦੇ ਹੋ। ਉਹ ਤੁਹਾਡੀ ਦੇਹ ਆਤਮਾ ਦੇ ਅਧੀਨ ਹੋ ਕੇ ਇੱਕ ਪਵਿੱਤਰ ਜੀਵਨ ਜੀਣ ਦਾ ਯਤਨ ਕਰਦੀ ਹੈ। ਹਾਲੇਲੂਇਆ। ਹਾਲੇਲੂਇਆ। ਕਿਦੋਂ? ਜਦੋਂ ਤੁਸੀਂ ਨਵੀਂ ਰਚਨਾ ਬਣਦੇ ਹੋ। ਹਾਲੇਲੂਇਆ। ਜਿਹੜੀਆਂ ਔਰਤਾਂ ਪਵਿੱਤਰ ਆਤਮਾ ਪਾਉਣ ਦਾ ਦਾਅਵਾ ਕਰਦੀਆਂ ਹਨ ਅਤੇ ਪ੍ਰਿਸ਼ਟ ਔਰਤਾਂ ਵਗਰੇ ਕੱਪੜੇ ਪਹਿਨਦੀਆਂ ਹਨ। ਹਾਲੇਲੂਇਆ। ਪਵਿੱਤਰ ਆਤਮਾ ਪਾ ਕੇ ਤੁਸੀਂ ਅਜਿਹੇ ਕੰਮ ਕਿਵੇਂ ਕਰ ਸਕਦੀਆਂ ਹੋ? ਜੇ ਤੁਸੀਂ ਪਵਿੱਤਰ ਆਤਮਾ ਪਾਏਦਾ ਹੈ ਤਾਂ ਪਵਿੱਤਰ ਆਤਮਾ ਤੁਹਾਨੂੰ ਅਜਿਹੇ ਪੱਤੇ ਕੱਪੜੇ ਪਾਉਣੇ ਨਹੀਂ ਦੇਵੇਗਾ। ਉਹ ਕਦੇ ਇਜਾਜ਼ਤ ਨਹੀਂ ਦੇਗਾ। ਹਾਲੇਲੂਇਆ। ਕਈ ਵਾਰੀ ਭੈਣਾਂ ਕੀ ਕਰਦੀਆਂ ਹਨ, ਕੋਈ ਐਸਾ ਡਰੈਸ ਪਾ ਕੇ ਤੇ ਫਿਰ ਸੇਵਕ ਨੂੰ ਕਹਿੰਦੇ ਭਾਈ ਜੀ ਦੇਖਿਓ ਭਲਾ ਠੀਕ ਲੱਗਦਾ ਹੈ। ਹਾਲੇਲੂਇਆ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸੇਵਕ ਕਿਸੇ ਤਰੀਕੇ ਨਾਲ ਰਾਜੀ ਹੋ ਜਾਏ, ਬਸ ਬਾਕੀ ਕੰਮ ਅਸੀਂ ਕਰ ਹੀ ਲੈਣਾ। ਹਾਲੇਲੂਇਆ। ਕਰਦੀਆਂ ਸਾਰਾ ਕੁਝ ਆਪ ਹੀ ਹਨ ਤੇ ਨਾਲ ਫਿਰ ਇੱਕ ਜਾਣੇ ਨੂੰ ਨਾਲ ਜੋੜਦੀਆਂ ਹਨ ਕਿ ਤੂੰ ਵੀ ਮਾੜੀ ਜੀ ਹਾਮੀ ਭਰ ਦੇ, ਬਾਕੀ ਅਸੀਂ ਆਪੇ ਕਰ ਲਾਂਗੇ। ਅੰਦਰ ਭਰਿਆ ਹੁੰਦਾ ਹੈ। ਹਾਲੇਲੂਇਆ। ਜਿਹੜਾ ਤੁਸੀਂ ਕੰਮ ਕਰਦਾ ਇੱਕ ਵਾਰੀ ਦਾ ਇਕਰਾਰ ਕਰ ਲਿਆ, ਤੁਸੀਂ ਜੇ ਆਈਬ੍ਰੋ ਕਰਾਉਣ ਦਾ ਜਾਂ ਮੂੰਹ ਤੇ ਸੈੱਟ ਕਰਨ ਦਾ ਇੱਕ ਵਾਰੀ ਇਕਰਾਰ ਕਰ ਲਿਆ, ਪਰ ਜੇ ਤੁਸੀਂ ਦੁਬਾਰਾ ਕਰਦੀਆਂ ਹੋ ਤੁਸੀਂ ਦੋਸ਼ੀ ਹੋ। ਹਾਲੇਲੂਇਆ। ਫਿਰ ਦੂਸਰੇ ਨੂੰ ਪੁੱਛਣ ਦੀ ਕੀ ਲੋੜ ਹੈ? ਮੇਰੇ ਕੋਲ ਤਾਂ ਕਈ ਵਾਰੀ ਆਉਂਦੀਆਂ ਹਨ, ਕਹਿੰਦੀਆਂ ਹਨ ਕਿ ਕਰ ਲਈਏ, ਮੈਂ ਕਹਿੰਦਾ ਕਰ ਲਓ। ਹਾਲੇਲੂਇਆ। ਉਹ ਤਾਂ ਬਹੁਤ ਸਾਰੀ ਬਰਕਤ ਦੇ। ਮੈਂ ਇੱਕ ਸ਼ਾਦੀ ਤੇ ਗਿਆ ਤਾਂ ਉਸੇ ਜਗ੍ਹਾ ਦੇ ਉੱਤੇ ਇੱਕ ਭਾਈ ਮੈਨੂੰ ਕਹਿਣ ਨਹੀਂ ਭਾਈ ਜੀ ਮੈਂ ਟੋਪੀ ਪਾਣਾ, ਮੈਂ ਪਾਣਾ। ਹਾਲੇਲੂਇਆ। ਇਹ ਇਕਰਾਰ ਤਾਂ ਤੇਰਾ ਸੀ, ਮੇਰਾ ਥੋੜੀ। ਜਿਹੜਾ ਮੇਰਾ ਇਕਰਾਰ ਹੈ ਮੈਂ ਆਪਣੇ ਇਕਰਾਰ ਤੇ ਖੜੇ ਹੋਣਾ ਹੈ, ਤੂੰ ਆਪਣੇ ਇਕਰਾਰ ਤੇ ਖੜੇ ਹੋਣਾ ਹੈ। हालेलुया। तो वो सारी बरकत दे, यानी कि जो इकरार हो गया है, तो इकरार कर लिया पर उसको उल्ट करने की कोशिश करते हो, गलत है। हालेलुया। प्रभु बहुत सारी बरकत दे। जे तुम पवित्र आत्मा पाएदा है तब पवित्र आत्मा तानू अजी है पर दे कपड़े पाउन की कोई इजाजत नहीं देगा। वो कदे भी नहीं कर सकता। वो पवित्र आत्मा है। तो नबी कहता है वो गंदा आत्मा नहीं है। हालेलुया। वो शुद्ध ते पवित्र आत्मा है। हालेलुया। जदों तुसी संपूर्ण तौर ते आत्मा दे अधीन हो जाते हो, हालेलुया, प्रभु बहुत सारी बरकत दे तां ओ तुहाडे पूरे वजूद नू अपने अधीन कर लेंदा है अते वो आत्मा शरीर विच उस मूल बीज दा जो वचन है उसका प्रगटावा है जो जिंदा किया गया है। पवित्र आत्मा नाल भरिया आदमी जब बाइबल विच यह लिखा होया है वेखदा कि अजिहा ना करो तां उसदी देह जल्दी नाल उसदी पालना करती है। हालेलुया। यह है पवित्र आत्मा दे पाए हुए बंदे की पहचान। जो वचन बोलता है वचन से प्रचार कर दिता गया, यह काम नहीं करना। तो जिहड़ा पवित्र आत्मा का पाएदा बंदा है उसे समय पालना करनी शुरू कर देगा। वचन ने क्या है आखिरी ते पहला फैसला केदा है वचन दा। जो वचन कहता है वही सही फैसला है। हालेलुया। क्रिकेट दे विच देखा है जो चौके छक्के मारते हैं तो उत्थे एक एम्पायर होता है।
ਹਾਲੇਲੂਇਆ। ਬਾਕੀ ਦੇ ਫੈਸਲੇ ਹੁੰਦੇ ਨੇ, ਪਰ ਜੇ ਅੰਪਾਇਰ ਨੇ ਕੋਈ ਚੀਜ਼ ਕਰਤੀ ਹੈ ਕਿ ਫਿਰ ਉਹ ਆਖਰੀ ਫੈਸਲਾ ਹੁੰਦਾ ਹੈ। ਜੋ ਅੰਪਾਇਰ ਨੇ ਕਹਿ ਦਿੱਤਾ ਉਹੀ ਸਹੀ ਹੈ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਪਰ ਸੱਚਾ ਸਾਡਾ ਅੰਪਾਇਰ ਕੌਣ ਹੈ? परमेश्वर का वचन। जो वचन ने कह दिता है वही बिल्कुल गल सच्ची है, उसके आगे पीछे कुछ नहीं है। हालेलुया। प्रभु तुम बहुत सारी बरकत दे। जो खुदा का वचन कहता है वही गल सच्ची है। हालेलुया। प्रभु तुम बहुत सारी बरकत दे। पवित्र आत्मा नाल भरिया आदमी जब बाइबल विच लिखा हुआ वेखदा है कि जिहा ना करो तां ओदी दे जल्दी नाल ओदी पालना करदी है अते कोई सवाल नहीं करदी। पर यह की है, यह तुहाडी पहली क़यामत विच हिस्सा लैण दा सबूत है। हालेलुया। मुबारक किहड़े लोग हैं जिहड़ी पहली क़यामत च आवे। हालेलुया। असीं देखते हैं दे दोबारा जवाई जाएगी, क्योंकि फिर दोबारा जी उठन की प्रक्रिया पहला ही प्रभु यीशु मसीह के द्वारा शुरू हो चुकी है। हालेलुया। ये दे एक समय पाप के अधीन सी, संसार की गंदगी अते बुराई विच फसी हुई सी, पर हुण उस नूं बयाने विच आत्मा मिल गया। हालेलुया। हालेलुया। ये बयाना है कि तुसीं स्वर्ग ते उठाए जाओगे। ये बयाना है एक आदमी बीमार अपने मंजे ते पिया है, कुछ भी नहीं बचा, परंतु वो मरण की हालत विच है, पर वो ठीक हो गया। अते कई ऐसे केस असीं वेखे हैं, कई टीबी के मरीज जां होर मरीज बेचारे पहला बहुत ही बीमार सी, पर बाद में वो की हो गए, बाद में ठीक हो गए। हालेलुया। ऐ सब ठीक किस तरह हो जाते? परमेश्वर की चंगाई के द्वारा, ए रब्बी चंगाई के द्वारा। तो असीं सारे ही रब्बी चंगाई ते विश्वास करते हैं। हालेलुया। जे रब्बी चंगाई नहीं तो मुर्दियां दा जी उठना भी नहीं हो सकता है। हालेलुया। तो असीं विश्वास करते हैं कि रब्बी चंगाई है जो मुर्दियां तक नूं जिंदा कर सकती है। हालेलुया। प्रभु तुहानूं बहुत सारी बरकत दे। आमीन। कि तुसी बयाने विच दिते गए पैसे का मतलब समझते हो? ए पहला भुगतान किया गया पैसा हुंदा है, वो साडे पापा लई कायल किया गया। हालेलुया। उन्हें साडा भुगतान किया, उहदे मार खाण तो असीं चंगे हो। हालेलुया। तुसी इसे लिए अपने आप को की कह सकते हो कि असीं नवी रचना हां। हालेलुया। एक नवी सृष्टि हां। हालेलुया। सानू नवे सिरे तो रचिया गया। खुदा दी समर्था ने सानू समर्था ने सानू छूया। हालेलुया। तानू एक नवी सृष्टि करके रचिया है। हालेलुया। जिन्हें साडे शरीर वजूद नू, आत्मक वजूद नू अते हर एक चीज वचन दे अधीन कर दिता। कोई होर दूजा ढंग नहीं सी। हालेलुया। प्रभु तुहानूं बहुत सारी बरकत दे। तुसीं किवें कह सकते हो कि मैं मसीह हां अते एक पासे ओहदे वचन दी आज्ञाकारी करो? इस तरह नहीं हो सकता। हालेलुया। प्रभु तुहानूं बहुत सारी बरकत दे। आओ असीं पेंतीकुस्त दे कुछ विश्वासियों नूं देखते हां, वो सारे ही चुबारे ते सी। हालेलुया। आनंद हो। तुसी जब रसूलां दे किताब नूं दूसरे अध्याय नूं पढ़ोगे तो डर दे मारे सारे ही चुबारे दे उत्ते वो इकट्ठे होए दे सी, वो प्रार्थना दे विच सी। हालेलुया। वो उਡੀक कर रहे सी, पर लिखा है जिस तरह पेंतीकुस्त दा दिन आया तद वो सब इकट्ठे उत्थे इकट्ठे सी अते अचानक आकाश तो एक गूंज आई, एक बड़ी भारी हनेरी दी बगन दी गूंज अते उस नाल सारा घर जिथे वो बैठे सन भर गया। अते उन्हां नूं अग जिहां जीबां वखरियां वखरियां विखाई दित्तियां अते उन्हां विचों हर एक ते ठहर गईयां। तद वो सारे पवित्र आत्मा नाल भर गए अते अलग अलग भाषा बोलण लग पे जिवें आत्मा ने उन्हां नूं बोलण दी आग्ञा दित्ती। हालेलुया। उत्थे सारा असीं देखते हो डर दे मारे उत्थे लुके दे सी, पर जिस तरह पवित्र आत्मा आया सारा डर जाता रहा। हालेलुया। क्योंकि जब पवित्र आत्मा उतरिया उन्हें एक नवी रचना तैयार कर दी। हालेलुया। पवित्र आत्मा मनुखा पवित्र आत्मा दे नाल मनुख भर के
ਹਾਲੇਲੂਇਆ। ਤਾਂ ਅਸੀਂ ਦੇਖਦੇ ਹਾਂ ਪਵਿੱਤਰ ਆਤਮਾ ਨਾਲ ਭਰ ਕੇ ਪਤਰਸ ਬੋਲ ਰਿਹਾ ਸੀ, ਮਨ ਫਿਰਾਓ, ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਓ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਉਹ ਮਸੀਹ ਦੇ ਨਾਲ, ਹਾਲੇਲੂਇਆ, ਉਹਦੇ ਸਰੀਰ ਵਿੱਚ ਸਰੀਰ ਅਤੇ ਹੱਡੀਆਂ ਵਿੱਚੋਂ ਹੱਡੀ ਅਤੇ ਵਚਨ ਵਿੱਚੋਂ ਵਚਨ ਬਣ ਗਏ। ਉਹ ਇੰਨੀ ਸਮਰੱਥਾ ਦੇ ਨਾਲ ਭਰ ਗਏ ਕਿ ਜਦੋਂ ਬੋਲਦੇ ਸੀ ਉਹਨਾਂ ਦੇ ਰਾਹੀਂ ਜਿਹੜਾ ਵਚਨ ਜਾ ਰਿਹਾ ਸੀ, ਹਾਲੇਲੂਇਆ, ਅਸੀਂ ਦੇਖਦੇ ਹਾਂ ਉਹਨੇ ਦੇਹਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਜਦੋਂ ਵਚਨ ਗਿਆ ਤਾਂ ਵਚਨ ਇੱਕ ਕ੍ਰਿਆਸ਼ੀਲ ਹੋਇਆ। ਲਿਖਿਆ ਕਈਆਂ ਦੇ ਦਿਲ ਛਿੱਦ ਗਏ। ਹਾਲੇਲੂਇਆ। ਆਖਰੇ ਸੀ ਕਿ ਹੈ ਭਾਈਓ ਅਸੀਂ ਕੀ ਕਰੀਏ? ਤੇ ਪਤਰਸ ਨੇ ਕਿਹਾ ਮਨ ਫਿਰਾਓ ਤੇ ਆਪਣੇ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਵਾਪਸ ਆਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਅਸੀਂ ਦੇਖਦੇ ਹਾਂ ਨਵੀਂ ਸ੍ਰਿਸ਼ਟੀ ਬਣ ਗਏ। ਬਾਈਬਲ ਬਿਆਨ ਕਰਦੀ ਹੈ ਕਿ ਉਹ ਉਹਨਾਂ ਦੇ ਵਿੱਚ 3000 ਮਨੁੱਖ ਆ ਕੇ ਮਿਲ ਗਏ। ਹਾਲੇਲੂਇਆ। ਤੇ ਬਾਈਬਲ ਬਿਆਨ ਕਰਦੀ ਹੈ ਕਿ ਉਹ ਚੇਲਿਆਂ ਦੇ ਨਾਲ ਰੋਟੀ ਤੋੜਨ ਵਿੱਚ ਲੱਗੇ ਰਹੇ, ਵਚਨ ਪੜਨ ਵਿੱਚ ਲੱਗੇ ਰਹੇ, ਆਗਿਆਕਾਰੀ ਕਰਨ ਵਿੱਚ ਲੱਗੇ ਰਹੇ। ਉਹ ਲਗਾਤਾਰ ਕੰਮ ਚੇਲਿਆਂ ਦੇ ਨਾਲ ਕਰਦੇ ਕਿਉਂਕਿ ਉਹ ਨਵੀਂ ਸ੍ਰਿਸ਼ਟੀ ਬਣ ਗਈ। ਹਾਲੇਲੂਇਆ। ਉਹ ਨਵੀਂ ਸ੍ਰਿਸ਼ਟੀ ਕੋਈ ਸੰਸਥਾ ਨਹੀਂ ਹੈ। ਹਾਲੇਲੂਇਆ। ਬਲਕਿ ਨਵੀਂ ਸ੍ਰਿਸ਼ਟੀ ਉਹਦਾ ਵਚਨ ਹੈ। ਤੁਸੀਂ ਵਚਨ ਦੀ ਰਚਨਾ ਹੋ। ਕਿਉਂ ਜੀ? ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਬੁਨਿਆਦੀ ਪੱਥਰ ਤੁਹਾਡੇ ਵਿੱਚ ਧਰਿਆ ਗਿਆ। ਪਰਮੇਸ਼ਵਰ ਦੇ ਅੱਗੇ ਇਤਨੇ ਠਹਿਰਾਏ ਹੋਏ ਪੁੱਤਰ ਧੀਆਂ ਹੋਣ ਲਈ ਤੁਸੀਂ ਪਹਿਲਾਂ ਤੋਂ ਠਹਿਰਾਏ ਗਏ ਸੀ। ਹਾਲੇਲੂਇਆ। ਤੁਸੀਂ ਸਕੂਲਾਂ ਦੀ ਸਿੱਖਿਆ ਰਾਹੀਂ ਮਸੀਹ ਨੂੰ ਨਹੀਂ ਜਾਣ ਸਕਦੇ। ਪੜ੍ਹਾਈ ਦੇ ਦੁਆਰਾ ਤੁਸੀਂ ਮਸੀਹ ਨੂੰ ਨਹੀਂ ਜਾਣ ਸਕਦੇ। ਮਸੀਹ ਨੂੰ ਜਾਣਨ ਲਈ ਤੁਹਾਡੇ ਕੋਲ ਨਿੱਜੀ ਤਜਰਬਾ ਹੋਣਾ ਚਾਹੀਦਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਹਾਲੇਲੂਇਆ। ਆਨੰਦ ਹੋ। ਮਸੀਹ ਨੂੰ ਜਾਣਨ ਲਈ ਨਿੱਜੀ ਤਜਰਬੇ ਨਾਲ ਤੁਹਾਨੂੰ ਉਹਦੇ ਆਤਮਾ ਨਾਲ ਨਵੇਂ ਸਿਰੇ ਤੋਂ ਜਨਮ ਲੈਣਾ ਪੈਣਾ ਹੈ, ਜੋ ਆ ਕੇ ਤੁਹਾਡੇ ਜੀਵਨ ਨੂੰ ਬਦਲਦਾ ਹੈ। ਹਾਲੇਲੂਇਆ। ਅਤੇ ਮਸੀਹ ਯਿਸੂ ਵਿੱਚ ਤੁਹਾਨੂੰ ਇੱਕ ਨਵਾਂ ਮਨ ਬਣਾਉਂਦਾ ਹੈ। ਤੁਹਾਡੇ ਕੋਲ ਇੱਕ ਨਵਾਂ ਮਨ ਹੋਵੇ। ਹਾਲੇਲੂਇਆ। ਇਹਦੇ ਨਾਲ ਹੀ ਫਰਕ ਪੈਂਦਾ ਹੈ, ਇਹਦੇ ਨਾਲ ਹੀ ਤੁਹਾਡਾ ਬਦਲਾਵ ਹੁੰਦਾ ਹੈ। ਹੁਣ ਇਹ ਹੀ ਕਾਰਨ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਮਿਸ਼ਨਾਂ ਅਤੇ ਥਿਊਰੀਆਂ ਹਨ, ਜਦੋਂ ਕਿ ਮਸੀਹਤ ਕੋਈ ਨਕਲ ਕਰਨਾ ਨਹੀਂ ਹੈ, ਇਹ ਤਾਂ ਜੀਵਨ ਹੈ। ਮਸੀਹਤ ਜਨਮ ਦੇ ਰਾਹੀਂ ਆਉਂਦੀ ਹੈ। ਹਾਲੇਲੂਇਆ। ਇਹ ਕੋਈ ਨਕਲ ਕਰਨਾ ਨਹੀਂ ਹੈ। ਹਾਲੇਲੂਇਆ। ਕਿ ਮੈਂ ਕਿਸੇ ਮਿਸ਼ਨ ਦੇ ਨਾਲ ਕੰਟੈਕਟ ਰੱਖ ਲਾਂ ਕਿ ਮੈਂ ਅੱਜ ਰੋਮਨ ਕੈਥੋਲਿਕ ਹਾਂ, ਮੈਂ ਬੈਪਟਿਸਟ ਹਾਂ, ਮੈਂ ਵਿਸਟੇਰੀਅਨ ਹਾਂ, ਮੈਂ ਬਸ ਉਹਦੇ ਨਾਲ ਮਿਲ ਕੇ ਚੱਲ ਰਿਹਾ ਹਾਂ, ਮੈਂ ਬਸ ਐਤਵਾਰ ਨੂੰ ਜਾਂਦਾ ਹਾਂ ਤੇ ਬਸ ਕੰਮ ਕਰਕੇ ਆ ਗਿਆ, ਤੇ ਬਾਅਦ ਵਿੱਚ ਕਈ ਵਾਰ ਵੱਡੇ ਦਿਨ ਨੂੰ ਪ੍ਰੋਗਰਾਮ ਕਰਦਾ ਹਾਂ, ਸਾਰੇ ਕੰਮ ਕਰਦਾ ਹਾਂ, ਬਸ ਇੰਨਾ ਕਿ ਨਹੀਂ ਹੈ। ਮਸੀਹ ਤੇ ਕੀ ਹੈ? ਇੱਕ ਜਨਮ ਲੈਣਾ ਹੈ। ਇਹ ਕੋਈ ਨਕਲ ਨਹੀਂ ਹੈ। ਤਾਂ ਮਸੀਹਤ ਕਿਸ ਤਰ੍ਹਾਂ ਦੀ ਹੈ? ਜਨਮ ਦੇ ਰਾਹੀਂ। ਜਦੋਂ ਤੁਸੀਂ ਖੁਦਾ ਦੇ ਆਤਮਾ ਤੋਂ ਨਵੇਂ ਸਿਰੇ ਤੋਂ ਜਨਮ ਲੈਂਦੇ ਹੋ ਅਤੇ ਮਸੀਹ ਵਿੱਚ ਨਵੀਂ ਰਚਨਾ ਪਾਉਂਦੇ ਹੋ, ਪੁਰਾਣਾ ਸਭ ਕੁਝ ਜਾਂਦਾ ਰਹਿੰਦਾ ਹੈ ਤੇ ਸਾਰਾ ਕੁਝ ਕੀ ਹੋ ਗਿਆ? ਨਵਾਂ ਹੋ ਗਿਆ। ਨਵਾਂ ਹੋ ਗਿਆ। ਤੁਹਾਡਾ ਸੁਭਾਅ ਨਵਾਂ ਹੋ ਗਿਆ, ਤੁਹਾਡਾ ਬੋਲਣ ਦਾ ਵਤੀਰਾ ਨਵਾਂ ਹੋ ਗਿਆ, ਤੁਹਾਡਾ ਉੱਠਣ ਬੈਠਣ ਦਾ ਵਤੀਰਾ ਨਵਾਂ ਹੋ ਗਿਆ, ਤੁਹਾਡੀ ਸੰਗਤ ਨਵੀਂ ਹੋ ਗਈ। ਹਾਲੇਲੂਇਆ। ਤੁਸੀਂ ਜਾਣਦੇ ਹੋ ਜਪਜੀ ਸੰਗਤ ਹੁੰਦੀ ਹੈ, ਉੱਚੀ ਰੰਗਤ ਹੁੰਦੀ ਹੈ। ਹਾਲੇਲੂਇਆ। ਕਦੇ ਇੱਕ ਸਾਲ ਲਾਇਓ, ਜੇ ਤੁਸੀਂ ਕਿਸੇ ਚੋਰ ਨਾਲ ਜਾ ਰਹੇ ਹੋ, ਤੁਹਾਡੀ ਸੰਗਤ ਉਹਦੇ ਨਾਲ ਹੋਊਗੀ, ਤਾਂ ਤੁਹਾਡਾ ਫਿਰ ਵਰਤੀਰਾ ਵੀ ਕਿ ਤੁਹਾਡਾ ਧਿਆਨ ਉਹਦੇ ਵੱਲ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਸ਼ਰਾਬੀ ਨਾਲ ਸੰਗਤ ਕਰਨੀ ਸ਼ੁਰੂ ਕਰ ਦਿਓ, ਤੁਸੀਂ ਜ਼ਿਆਦਾ ਮੇਲ ਕਰਨਾ ਸ਼ੁਰੂ ਕਰ ਦਿਓ, ਤੇ ਇੱਕ ਦਿਨ ਤੁਹਾਡਾ ਵੀ ਸੁਭਾਅ ਉਹਦੇ ਵਗਰਾ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਸ਼ਰਾਬ ਵੱਲ ਨੂੰ ਜਾਣਾ ਸ਼ੁਰੂ ਕਰ ਦਿਓ। ਕਈ ਜਣੇ ਲਾਟਰੀ ਪਾਉਂਦੇ ਹਨ, ਉਹਨਾਂ ਦੀ ਲਾਟਰੀ ਵਾਲੇ ਦੀ ਗੱਲਾਂ ਸੁਣੋ, ਤੁਸੀਂ ਸੁਣੀ ਜਾਓਗੇ, ਤੁਹਾਡੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਏਗਾ। ਮੈਂ ਦੇਖਿਆ। ਹਾਲੇਲੂਇਆ। ਕਿਉਂਕਿ ਜਪਜੀ ਰੰਗਤ ਹੈ, ਜਪਜੀ ਸੰਗਤ ਹੈ, ਉਪਜੀ ਰੰਗਤ ਹੈ। ਜਿਸ ਕਿਸੇ ਦੇ ਨਾਲ ਵੀ ਤੁਸੀਂ ਜੁੜਦੇ ਹੋ, ਤੁਸੀਂ ਉਹਦੇ ਵਗਲੇ ਬਣਨਾ ਸ਼ੁਰੂ ਹੋ ਜਾਂਦੇ। ਹਾਲੇਲੂਇਆ। ਤੇ ਜੇ ਅੱਜ ਕਿਸੇ ਦੇ ਨਾਲ ਜੁੜਨਾ ਹੈ ਤਾਂ ਕੌਣ ਹੈ? ਪਰਮੇਸ਼ਰ ਦਾ ਵਚਨ। ਜੇ ਤੁਸੀਂ ਮਸੀਹ ਦੇ ਨਾਲ ਜੁੜਦੇ ਹੋ, ਫਿਰ ਤੁਹਾਡਾ ਸੁਭਾਅ ਮਸੀਹ ਵਗਰਾਉਣਾ ਸ਼ੁਰੂ ਹੋ ਜਾਂਦਾ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਹਾਲੇਲੂਇਆ।
ਆਨੰਦ ਹੋ। ਸਿਰਫ ਚਰਚ ਦੇ ਮੈਂਬਰ ਨਾ ਬਣੋ, ਇਹਦੇ ਨਾਲ ਕੰਮ ਨਹੀਂ ਬਣਦਾ। ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਪੈਣਾ ਹੈ। ਇਹ ਕੋਈ ਜਜ਼ਬਾਤੀ ਹੋਣਾ ਨਹੀਂ ਹੈ, ਇਹ ਕੁਝ ਉਹ ਨਹੀਂ ਹੈ ਕਿ ਤੁਸੀਂ ਕਿਹਾ ਚੰਗਾ ਮੈਂ ਸ਼ੋਰ ਮਚਾਇਆ, ਮੈਂ ਪਰਾਈ ਭਾਖਿਆ ਬੋਲੀ, ਮੈਂ ਜਾਂ ਉਹ ਕੀਤਾ। ਜਦੋਂ ਸੱਚ ਵਿੱਚ ਹੀ ਤੁਹਾਡੇ ਹਿਰਦੇ ਦੇ ਅੰਦਰ ਤੁਹਾਨੂੰ ਬਦਲਣ ਲਈ ਕੁਝ ਆ ਜਾਂਦਾ ਹੈ ਅਤੇ ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੋ, ਫਿਰ ਤੁਸੀਂ ਵਿਅਕਤੀ ਮਸੀਹ ਯਿਸੂ ਨੂੰ ਪ੍ਰਾਪਤ ਕਰਦੇ ਹੋ। ਹਾਲੇਲੂਇਆ। ਜਦੋਂ ਪੁਰਾਣੀਆਂ ਚੀਜ਼ਾਂ ਮਰ ਜਾਂਦੀਆਂ ਹਨ ਅਤੇ ਨਵੀਆਂ ਚੀਜ਼ਾਂ ਜਨਮ ਲੈ ਲੈਂਦੀਆਂ ਹਨ, ਤੁਸੀਂ ਜਿਹੜੇ ਕੰਮ ਗਲਤ ਕੀਤੇ ਸਨ ਉਹਨਾਂ ਨੂੰ ਠੀਕ ਕਰ ਲੈਂਦੇ ਹੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਹੋ, ਤੁਸੀਂ ਉਹਨਾਂ ਲਈ ਦੁਆ ਕਰਦੇ ਹੋ। ਜਿਹੜਾ ਬਿਨਾਂ ਕਾਰਨ ਹੀ ਤੁਹਾਨੂੰ ਸਤਾਉਂਦੇ ਸੀ, ਇਹ ਹੁੰਦਾ ਹੈ ਜਦੋਂ ਤੁਸੀਂ ਮਸੀਹ ਬਣਦੇ ਹੋ। ਰੁੱਖ ਫਲਾਂ ਤੋਂ ਪਹਿਚਾਣਿਆ ਜਾਂਦਾ। ਤੁਹਾਡੇ ਸੁਭਾਅ ਨੂੰ ਲੋਕ ਦੇਖਦੇ ਹਨ, ਤੁਹਾਡੇ ਦੋਸਤ ਵੀ ਤੁਹਾਨੂੰ ਦੇਖਦੇ ਹਨ। ਯਾਰ ਮੇਰੇ ਨਾਲ ਚੱਲਦਾ ਸੀ ਪਹਿਲਾਂ ਤੇ ਤੇਰਾ ਸੁਭਾਅ ਬੜਾ ਲੜਾਈ ਕਰਨ ਵਾਲਾ ਸੀ, ਨਸ਼ੇ ਕਰਨ ਵਾਲਾ ਸੀ, ਪਰ ਹੁਣ ਕੀ ਹੋ ਗਿਆ? ਤੁਸੀਂ ਮਾਫ ਕਰਨ ਵਾਲੇ ਹੋ ਜਾਂਦੇ ਹੋ, ਤੁਸੀਂ ਦੂਸਰੇ ਨੂੰ ਪਿਆਰ ਕਰਨ ਵਾਲੇ ਹੋ ਜਾਂਦੇ ਹੋ। ਹਾਲੇਲੂਇਆ। ਅੱਜ ਬਸ ਧੋਖਾ ਨਾ ਖਾਓ। ਉਸ ਧੋਖਾ ਦੇਣ ਵਾਲੇ ਬਹੁਤ ਸਾਰੇ ਢੰਗ ਤੁਹਾਡੇ ਸਾਹਮਣੇ ਆ ਸਕਦੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ ਤੁਹਾਨੂੰ ਧੋਖਾ ਦੇਣ ਵਾਸਤੇ ਰੱਖੀਆਂ ਗਈਆਂ। ਸ਼ੈਤਾਨ ਕੋਲ ਇਸ ਨੂੰ ਦੋਗਲਾ ਕਰਨ ਲਈ ਬਹੁਤ ਸਾਰੇ ਢੰਗ ਹਨ। ਉਹ ਬਹੁਤ ਸਾਰੇ ਢੰਗ ਦੇ ਨਾਲ ਤੁਹਾਨੂੰ ਕੀ ਕਰਦਾ ਹੈ? ਧੋਖਾ ਦਿੰਦਾ ਹੈ। ਹਾਲੇਲੂਇਆ। ਕਈ ਵਾਰ ਤੁਸੀਂ ਕਹਿੰਦੇ ਹੋ ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਸਿਗਰਟ ਨਹੀਂ ਪੀਂਦਾ, ਮੈਂ ਜੂਆ ਨਹੀਂ ਖੇਡਦਾ, ਮੈਂ ਆਪਣੀ ਪਤਨੀ ਜਾਂ ਪਤੀ ਨੂੰ ਛੱਡ ਕੇ ਨਹੀਂ ਭੱਜਦਾ, ਮੈਂ ਇੱਕ ਜੀਵਨ ਬਤੀਤ ਕਰਦਾ ਹਾਂ, ਪਰੰਤੂ ਸ਼ੈਤਾਨ ਨੇ ਇਸ ਨੂੰ ਵੀ ਦੋਗਲਾ ਬਣਾ ਦਿੱਤਾ। ਹਾਲੇਲੂਇਆ। ਤੁਹਾਡੇ ਦੋਸ਼ੀ ਅੰਤःਕਰਨ ਨੂੰ ਇਹਦੇ ਨਾਲ ਸੰਤੁਸ਼ਟ ਕਰਦਾ ਹੈ ਕਿ ਬਸ ਤੁਸੀਂ ਕੀ ਹੁੰਦੇ ਹੋ, ਬਸ ਮਸੀਹ ਬਣੇ ਰਹਿੰਦੇ ਹੋ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਕਿ ਤੁਸੀਂ ਕਿਸੇ ਚਰਚ ਦੇ ਮੈਂਬਰ ਬਣ ਜਾਓ ਅਤੇ ਤੁਸੀਂ ਬਿਲਕੁਲ ਠੀਕ ਹੋ। ਇਹ ਗਲਤ ਹੈ, ਇਹ ਦੋਗਲਾਪਨ ਹੈ। ਤੁਸੀਂ ਚਰਚ ਦੇ ਮੈਂਬਰ ਬਣਨ ਦੇ ਰਾਹੀਂ ਸੰਤੁਸ਼ਟੀ ਪ੍ਰਾਪਤ ਨਹੀਂ ਕਰ ਸਕਦੇ। ਇਹਦੇ ਨਾਲ ਬਸ ਨਾ ਤਾਂ ਤੁਸੀਂ ਦਿਮਾਗੀ ਬਣਦੇ ਹੋ, ਬਸ ਤੁਸੀਂ ਕੀ ਬਣ ਜਾਂਦੇ ਹੋ? ਦਿਮਾਗੀ। ਬਸ ਇਸ ਦਿਮਾਗੀ ਕਾਰਵਾਈ ਹੈ। ਜਦ ਤੱਕ ਤੁਸੀਂ ਇਸ ਨੂੰ ਜਾਣ ਨਹੀਂ ਲੈਂਦੇ, ਤੁਸੀਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ ਕਿ ਤੁਹਾਡਾ ਗੁਨਾਹ ਸਾਫ਼ ਕਰ ਦਿੱਤੇ ਗਏ ਹਨ। ਹਾਲੇਲੂਇਆ। ਇਹ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਪਾਪ ਮਾਫ ਕਰ ਦਿੱਤੇ ਗਏ। ਇੱਥੇ ਪਾਪ ਦਾ ਪ੍ਰੇਸ਼ਰ ਖਤਮ ਹੋ ਜਾਂਦਾ ਹੈ। ਹਾਲੇਲੂਇਆ। ਅਤੇ ਤੁਹਾਡੀ ਪਿਆਰੀ ਸ਼ਾਂਤੀਪੂਰਵਕ ਸ਼ਾਂਤ ਆਨੰਦ ਹਮੇਸ਼ਾ ਰਹਿਣ ਵਾਲੀ ਸੰਗਤ ਉਸ ਦੇ ਨਾਲ ਹੁੰਦੀ ਹੈ। ਹਾਲੇਲੂਇਆ। ਸੰਗਤ ਟੁੱਟਦੀ ਨਹੀਂ ਹੈ, ਸਦਾ ਸੰਗਤ ਵਿੱਚ ਤੁਸੀਂ ਬਣੇ ਰਹਿੰਦੇ ਹੋ। ਤਦ ਖੁਦਾ ਦੀ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਹੈ ਤੁਹਾਡੇ ਪ੍ਰਾਣ ਨੂੰ ਸ਼ੁੱਧ ਕਰਦੀ ਹੈ ਅਤੇ ਤੁਹਾਨੂੰ ਮਸੀਹ ਯਿਸੂ ਵਿੱਚ ਇੱਕ ਨਵੀਂ ਰਚਨਾ ਬਣਾਉਂਦੀ ਹੈ। ਬਿਲਕੁਲ ਗੱਲ ਠੀਕ ਹੈ। ਹਾਲੇਲੂਇਆ। ਅਮੀਰੀ ਨਬੀ कहता, ध्यान ਨਾਲ सुनो, थोड़ी गल्लां मैं पढ़न लगा हाँ। अमीरी पैसों के नाल नहीं गिनी जाती। नबी कहना किहदे नाल? कोई बंदा कहे कि मैं बड़ा अमीर हाँ, तो नबी कहता है अमीरी पैसों के नाल गिनी नहीं जाती। अमीरी वड्डा नाम अते मशहूरी के नाल नहीं होती है। आदमी अमीर उदों हुंदा है जदों स्वर्ग का राज उहदे हिरदे दे अंदर आउंदा है। वही सब तो अमीर बंदा है। हालेलुया। अते उहदे जज्बातां नूं बदल दिंदा है ਅਤੇ ਉਸ ਨੂੰ ਮਸੀਹ ਯਿਸੂ ਵਿੱਚ ਨਵੀਂ ਰਚਨਾ ਬਣਾਉਂਦਾ ਹੈ ਅਤੇ ਉਸ ਨੂੰ ਅਨੰਤ ਜੀਵਨ ਦਿੰਦਾ ਹੈ। ਧਰਤੀ ਤੇ ਸਭ ਤੋਂ ਵੱਧ ਅਮੀਰੀ ਵਾਲੀ ਇਹੋ ਹੀ ਚੀਜ਼ ਹੈ। ਆਮੀਨ। हालेलुया। जे कोई कहता है कि मैं बहुत अमीर हाँ, मेरे को बहुत सारा पैसा है, बहुत सारी शोहरत है, तो मैं सोचता कि जे को स्वर्गीय राज नहीं है। हालेलुया। ये पैसा जिहड़ा है ये बर्बादी वाल लेके जा रहा है। ये पैसा है जिहड़ा नशा वाल लेके जा रहा है। ये पैसा है जिहड़ा बद मस्ती वाल लेके जा रहा है। ये पैसा है जिहड़ा संसार दा बर्बादी कर रहा है। हालेलुया। जिन्हें को बद पैसा है उनको बद टेंशन है। हालेलुया। प्रभु बहुत सारी बरकत दे। बेशक धरती के अमीर हैं पर की हैं वो उन्हां दी हालत देखी जाए तो सब तो ज्यादा माड़ी हालत जी रहे हैं। हालेलुया। तो नबी कहता असली अमीर बंदा वो है जिहदे को स्वर्गीय राज है, जिहदे को यीशु मसीह है।
ਹਾਲੇਲੂਇਆ। ਨਬੀ ਕਹਿੰਦਾ ਕੀ ਤੁਸੀਂ ਇਸ ਧਰਤੀ ਦੀਆਂ ਵਸਤਾਂ ਵਿੱਚ ਗਰੀਬ ਹੋ? ਸਵਾਲ ਕਰ ਰਿਹਾ ਕਿ ਤੁਸੀਂ ਇਸ ਧਰਤੀ ਦੀਆਂ ਵਸਤਾਂ ਵਿੱਚ ਗਰੀਬ ਹੋ। ਤੁਸੀਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਬਿਜਲੀ ਅਤੇ ਤੇਲ ਬੀਜਾਂ ਦਾ ਬਿੱਲ ਕਿਸ ਤਰ੍ਹਾਂ ਦਿਓਗੇ ਜਾਂ ਦੂਸਰੇ ਕੰਮ ਕਿਸ ਤਰ੍ਹਾਂ ਕਰੋਗੇ। ਤੁਹਾਡਾ ਹਾਲ ਇਸ ਤਰ੍ਹਾਂ ਦਾ ਹੋ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡਾ ਹਾਲ ਇਸ ਤਰ੍ਹਾਂ ਦਾ ਨਹੀਂ ਹੈ। ਜੇ ਤੁਹਾਡਾ ਹਾਲ ਇਸ ਤਰ੍ਹਾਂ ਦਾ ਹੈ ਤਾਂ ਤੁਸੀਂ ਗਰੀਬ ਹੋਣ ਦੇ ਬਾਵਜੂਦ ਵੀ ਪ੍ਰਿਥਵੀ ਦੇ ਸਭ ਤੋਂ ਖੁਸ਼ਹਾਲ ਆਦਮੀ ਬਣ ਕੇ ਨਿਕਲ ਸਕਦੇ ਹੋ। ਆਮੀਨ। ਅਤੇ ਉਹ ਤੁਹਾਡੇ ਹਿਰਦੇ ਵਿੱਚ ਆ ਕੇ ਉਸ ਨੂੰ ਕੰਟਰੋਲ ਰੂਮ ਬਣਾ ਲਵੇਗਾ ਅਤੇ ਕੋਈ ਪਰਵਾਹ ਨਹੀਂ ਕੀ ਆਉਂਦਾ ਹੈ ਕੀ ਜਾਂਦਾ ਹੈ। ਆਮੀਨ। ਇਸ ਨਾਲ ਕੋਈ ਪਰਵਾਹ ਨਹੀਂ। ਆਮੀਨ। ਹਾਲੇਲੂਇਆ। ਭਾਵੇਂ ਤੁਹਾਡੇ ਕੋਲ ਪੱਲੇ ਕੁਝ ਵੀ ਨਾ ਹੋਵੇ। ਆਮੀਨ। ਹਾਲੇਲੂਇਆ। ਤੁਸੀਂ ਜਾਣਦੇ ਇਸ ਜਗਤ ਵਿੱਚ ਆ ਕੇ ਤੁਸੀਂ ਜਾਣਦੇ ਕਈ ਜਣੇ ਟੈਨਸ਼ਨ 'ਚ ਰਹਿੰਦੇ, ਬੜੀ ਜਾਨਕ ਉਹ ਕੀ ਕਹਿੰਦੇ ਬੜੀ ਮਹਿੰਗਾਈ ਹੋ ਗਈ। ਹਾਲੇਲੂਇਆ। ਕਈ ਟੈਨਸ਼ਨ 'ਚ ਰਹਿੰਦੇ ਨੇ, ਤੇਲ ਮਹਿੰਗਾ ਹੋ ਗਿਆ ਜੀ, ਸਬਜ਼ੀ ਮਹਿੰਗੀ ਹੋ ਗਈ ਜੀ, ਇਹ ਮਹਿੰਗਾ ਹੋ ਗਿਆ, ਉਹ ਮਹਿੰਗਾ। ਹਾਲੇਲੂਇਆ। ਤੁਸੀਂ ਜਾਣਦੇ ਹੋ ਕਈਆਂ ਦੀਆਂ ਸੋਚਾਂ ਦੇ ਅੰਦਰ ਇੰਨੀ ਟੈਨਸ਼ਨ ਚੱਲ ਰਹੀ ਹੈ ਕਿ ਵੀ ਇਹ ਬਸ ਗੁਜ਼ਾਰਾ ਨਹੀਂ ਹੁੰਦਾ, ਇਹ ਹੋ ਗਿਆ, ਉਹ ਹੋ ਗਿਆ। ਹਾਲੇਲੂਇਆ। ਪਰ ਜਿਹੜਾ ਇੱਕ ਮਸੀਹ ਦੇ ਵਿੱਚ ਜੀਵਨ ਕੱਟ ਰਿਹਾ ਹੈ, ਜਿਹਦੇ को बेचारे को बेशक वो किराए पे रह रहा है, जितना मर्जी रह रहा है, ਉਹਦੇ ਕੋਲ ਪੈਸਾ ਨਹੀਂ ਹੈ, ਉਹਦਾ ਗੁਜ਼ਾਰਾ ਵੀ ਠੀਕ ਢੰਗ ਨਾਲ ਨਹੀਂ ਚੱਲ ਰਿਹਾ, ਪਰ ਉਹ ਮਸੀਹ ਦੇ ਵਿੱਚ ਜੀਵਨ ਕੱਟ ਰਿਹਾ ਹੈ। ਪਰ ਉਹ ਹਮੇਸ਼ਾ ਕੀ ਰਹਿੰਦਾ ਹੈ, ਹੱਥ ਖੜੇ ਕਰਕੇ ਆਨੰਦ ਕਰਦਾ ਹੈ, ਉਹ ਖੁਸ਼ੀ ਮਨਾਉਂਦਾ ਹੈ। ਹਾਲੇਲੂਇਆ। ਜੇ ਉਹਨੂੰ ਪੁੱਛਿਆ ਜਾਏ ਕਿ ਤੂੰ ਗਰੀਬ ਹੈ, ਉਹ ਕਹਿੰਦਾ ਨਹੀਂ। ਹਾਲੇਲੂਇਆ। ਕਿਉਂਕਿ ਉਹਦੇ ਅੰਦਰ ਇੱਕ ਬੇਦਾਰੀ ਚੱਲ ਰਹੀ ਹੈ, ਇੱਕ ਮਸਾ ਚੱਲ ਰਿਹਾ ਹੈ। ਹਾਲੇਲੂਇਆ। ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ ਕਿਉਂਕਿ ਨਵੀਂ ਸ੍ਰਿਸ਼ਟੀ ਹੈ। ਹਾਲੇਲੂਇਆ। ਨਬੀ ਕਹਿੰਦਾ ਤੁਸੀਂ ਜੀਵਨ ਭਰ ਖੁਸ਼ ਰਹੋਗੇ। ਤੁਸੀਂ ਕਿਸੇ ਵੀ ਪ੍ਰਬੰਧ ਭਾਵਨਾ ਧਰਮ ਦੇ ਨਿਰਭਰ ਨਾ ਰਹੋ। ਤੁਸੀਂ ਸਿਰਫ ਕੇਵਲ ਖੁਦਾ ਤੇ ਨਿਰਭਰ ਰਹੋ, ਉਹਦੇ ਨਾਲ ਹੀ ਰਹੋ ਜਦ ਤੱਕ ਤੁਹਾਡਾ ਜੀਵਨ ਨਹੀਂ ਬਦਲ ਜਾਂਦਾ ਅਤੇ ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਨਹੀਂ ਬਣ ਜਾਂਦੇ। ਬਾਕੀ ਸਭ ਕੁਝ ਪਰਮੇਸ਼ਰ ਆਪ ਹੀ ਕਰੇਗਾ। ਉਹ ਜੇਕਰ ਉਹ ਤੁਹਾਡੇ ਕੋਲ ਕੁਝ ਕਰਨਾ ਚਾਹਤਾ ਹੈ ਉਹ ਜ਼ਰੂਰ ਹੀ ਕਰੇਗਾ। ਤੁਹਾਨੂੰ ਵਰਤੇਗਾ, ਤੁਹਾਨੂੰ ਇਸਤੇਮਾਲ ਕਰੇਗਾ, ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ, ਤੁਹਾਡੇ ਗੁਜ਼ਾਰੇ ਪੂਰੇ ਕਰੇਗਾ। ਹਾਲੇਲੂਇਆ। ਨਬੀ ਕਹਿੰਦਾ ਸਿਰਫ ਕੀ ਬਣ ਜਾਓ, ਇੱਕ ਸੱਚੇ ਮਸੀਹ ਬਣ ਜਾਓ। ਇੱਕ ਮਸੀਹ ਬਣ ਜਾਓ, ਆਪਣਾ ਗੁਜ਼ਾਰਾ ਉਸ ਤਰ੍ਹਾਂ ਚਲਾਓ ਜਿਸ ਤਰ੍ਹਾਂ ਤੁਹਾਡੇ ਕੋਲ ਚੱਲਦਾ ਹੈ, ਬਸ ਚਲਾਓ, ਬਸ ਮਸੀਹ ਦੇ ਵਿੱਚ ਆਨੰਦ ਕਰੋ। ਹਾਲੇਲੂਇਆ। ਅਸਲੀ ਦੌਲਤ ਕਿਹਦੇ ਕੋਲ ਹੈ? ਜਿਹੜਾ ਇੱਕ ਸੱਚਾ ਮਸੀਹ ਹੈ। ਜੇ ਤੁਹਾਡੇ ਕੋਲ ਵਚਨ ਹੈ, ਤੁਹਾਡੇ ਕੋਲ ਸੰਸਾਰ ਦੀ ਸਭ ਤੋਂ ਜ਼ਿਆਦਾ ਦੌਲਤ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ ਹੈ ਸੰਸਾਰ ਭਾਵੇਂ ਮਨੁੱਖ ਸੰਸਾਰ ਕਮਾ ਲੇ, ਜੇ ਆਪਣੀ ਜਾਨ ਦਾ ਨੁਕਸਾਨ ਕਰ ਲੇ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ, ਉਹਨੂੰ ਕੋਈ ਲਾਭ ਨਹੀਂ ਹੋਏਗਾ। ਪਰ ਜੇ ਉਹ ਮਸੀਹ ਨੂੰ ਕਮਾ ਲੈਂਦਾ ਹੈ, ਜੇ ਉਹ ਸਵਰਗ ਨੂੰ ਕਮਾ ਲੈਂਦਾ ਹੈ, ਉਹ ਚਾਹੇ ਮਰ ਵੀ ਜਾਏ ਫਿਰ ਉਹ ਜੀਵਨ 'ਚ ਚਲਾ ਜਾਏ। हालेलुया। प्रभु ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਅਸੀਂ ਇਸੇ ਲਈ ਆ ਰਹੇ ਹਾਂ, ਅਸੀਂ ਇਸੇ ਲਈ ਆਰਾਧਨਾ ਕਰ ਰਹੇ ਹਾਂ ਕਿ ਅਸੀਂ ਜੇ ਬੇਸ਼ੱਕ ਇਸ ਧਰਤੀ ਦੇ ਉੱਤੇ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਜੀਵਨ ਗੁਜ਼ਾਰਿਆ ਹੈ, ਪਰ ਇੱਕ ਦਿਨ ਅਸੀਂ ਸਵਰਗੀ ਰਾਜ 'ਚ ਆਓ ਖੜਵੰਤ ਕਰਾਂਗੇ। ਪ੍ਰਾਰਥਨਾ ਦੀ ਹਾਲਤ ਹੋ ਜਾਵੇ। ਮਸੀਹ ਦੇ ਵਿੱਚ ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣਦੇ ਹੋ। ਮਸੀਹ ਵਿੱਚ ਆ ਕੇ ਤੁਸੀਂ ਇੱਕ ਨਵੇਂ ਹੁੰਦੇ ਹੋ। ਪੁਰਾਣੀਆਂ ਗੱਲਾਂ ਬੀਤ ਜਾਂਦੀਆਂ ਹਨ, ਸਭ ਕੁਝ ਨਵਾਂ ਹੋ ਜਾਂਦਾ ਹੈ। ਪ੍ਰਭੂ ਬਰਕਤ ਦੇ। ਆਓ ਖੜਵੰਤ ਕਰਾਂਗੇ। सब दुआ की हाथ